ਅੱਜ ਵੈਸੇ ਤਾਂ ਮੁੱਖ ਮੰਤਰੀ ਸਾਹਿਬ ਦਾ ਜਨਮ ਦਿਨ ਹੈ, ਉਹਨਾਂ ਨੂੰ ਬਹੁਤ ਬਹੁਤ ਵਧਾਈ। ਮੈਂ ਚਾਹੁੰਦਾ ਨਹੀਂ ਸੀ ਕਿ ਉਹਨਾਂ ਦੇ ਜਨਮ ਦਿਨ ਦੇ ਦਿਨ ਤੇ ਕੋਈ ਇਹੋ ਜਿਹੀ ਗੱਲ ਉਹਨਾਂ ਦੀ ਸ਼ਾਨ ਦੇ ਖਿਲਾਫ ਕਰਾਂ, ਮਗਰ ਉਹ ਮਜਬੂਰੀ ਇਹਨਾਂ ਕਰ ਦਿੰਦੇ। ਔਰ ਜੋ ਗੱਲ ਉਹਨਾਂ ਨੇ ਕੀਤੀ ਹੈ ਅੱਜ ਉਹਨਾਂ ਦੇ ਖਿਲਾਫ ਜਿਸ ਤਰੀਕੇ ਨੇ ਉਹਨਾਂ ਨੇ ਇੰਡੀਪੈਂਡੈਂਸ ਆਫ ਜੁਡੀਸ਼ਰੀ ਤੇ ਸਵਾਲ ਉਠਾਏ ਆ। ਪਰਸੋਂ ਚੌਥੇ ਉਹਨਾਂ ਦਾ ਇੱਕ ਪ੍ਰੋਗਰਾਮ ਚੱਲ ਰਿਹਾ ਸੀ ਜਿੱਥੇ ਰਿਕਰੂਟਮੈਂਟ ਦੇ ਨਿਯੁਕਤੀ ਪੱਤਰ ਵੰਡ ਰਹੇ ਸੀ। ਉੱਥੇ ਉਹਨਾਂ ਨੇ ਇੱਕ ਜ਼ਿਕਰ ਕੀਤਾ ਕਿ ਇੱਕ ਲਹਿਰਾ ਗਾਗਾ ਦੀ ਲੜਕੀ ਜੱਜ ਬਣੀ ਹੈ ਔਰ ਉਹਦੇ ਰਿਲੇਟਿਵਸ ਦਾ ਹਵਾਲਾ ਦੇ ਰਹੇ ਸੀ ਔਰ ਫਿਰ ਉਹਦੀ ਦਾਦੀ ਦਾ ਸੁਰਜੀਤ ਕੌਰ ਦਾ ਹਵਾਲਾ ਦੇ ਰਹੇ ਸੀ ਔਰ ਫਿਰ ਕਹਿ ਰਹੇ ਸੀ ਕਿ ਉਹ ਸਾਰੇ ਪਰਿਵਾਰ ਨੂੰ ਨੀਂਦ ਨਹੀਂ ਆਉਂਦੀ ਕਿ ਉਹਨਾਂ ਦੀ ਬੇਟੀ ਜੱਜ ਬਣ ਗਈ ਹੈ, ਉਹ ਵੀ ਫ੍ਰੀ, ਬਿਲਕੁਲ ਮਤਲਬ ਕਿ ਬਗੈਰ ਪੈਸਿਆਂ ਦਿੱਤੇ ਬਣ ਗਈ ਹੈ। ਮੈਂ ਸੀਐਮ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਤੁਹਾਡਾ ਕਹਿਣ ਦਾ ਭਾਵ ਕੀ ਹੈ ਕਿ ਇਸ ਤੋਂ ਪਹਿਲਾਂ ਜਿੰਨੇ ਵੀ ਜੱਜ ਸਾਹਿਬਾਨ ਬਣੇ ਆ, ਕਿਉਂਕਿ ਇਹ ਆਨਰੇਬਲ ਜੱਜ ਸਾਹਿਬਾਨ ਦੇਸ਼ ਦੇ ਹਾਈ ਕੋਰਟ ਸੁਪਰੀਮ ਕੋਰਟ ਤੱਕ ਪਹੁੰਚਦੇ ਆ, ਇਸ ਤੋਂ ਪਹਿਲਾਂ ਜਿੰਨੀਆਂ ਵੀ ਰਿਕਰੂਟਮੈਂਟ ਹੋਈਆਂ ਨੇ, ਕੀ ਤੁਹਾਡਾ ਕਹਿਣ ਦਾ ਭਾਵ ਹੈ ਕਿ ਉਹ ਸਾਰੀ ਪੈਸੇ ਦੇ ਕੇ ਜੱਜ ਬਣਦੇ ਰਹੇ ਆ? ਮੈਂ ਚਾਹੂੰਗਾ ਤੁਸੀਂ ਵੀਡੀਓ ਸੁਣ ਲਓ, ਤੁਹਾਡੇ ਕੋਲ ਆਪ ਕਲੈਰਿਟੀ ਆ ਜੂਗੀ ਗੱਲ ਦੀ, ਫਿਰ ਮੈਂ ਅੱਗੇ ਚੱਲੂੰਗਾ ਜੀ। ਮੁੰਡੇ ਕੁੜੀਆਂ ਜੱਜ ਬਣੇ ਨੇ, ਪੜਿਆ ਹੋਣਾ ਫਰਜ਼। ਇੱਕ ਸਾਡੇ ਲਹਿਰਾ ਗਾਗਾ ਹਲਕੇ ਦੇ Bluetooth connected. ਚਲੋ ਤੁਸੀਂ ਆ ਖੋਲੋ, ਕੀ ਪ੍ਰੋਬਲਮ ਹੈ? ਮੈਂ ਤੁਹਾਨੂੰ ਇਹਦੇ 'ਚ ਦਿਖਾ ਦਿੰਦਾ ਜੀ ਤਦ ਤੱਕ। ਮੇਰੇ ਫੋਨ ਤੇ ਕਮਾਲ ਹੋ ਗਈ ਉਹਦੀ। ਇੱਕ ਪਿਛਲੇ ਦਿਨੀ ਮੁੰਡੇ ਕੁੜੀਆਂ ਜੱਜ ਬਣੇ ਨੇ, ਪੜਿਆ ਹੋਣਾ ਫਰਜ਼। ਇੱਕ ਸਾਡੇ ਲਹਿਰਾ ਗਾਗਾ ਹਲਕੇ ਦੇ ਪਿੰਡ ਦੀ ਕੁੜੀ ਜੱਜ ਬਣ ਗਈ। ਉਹ ਇੱਕ ਮੇਰਾ ਮਿੱਤਰ ਰਹਿੰਦਾ ਹੈ ਕੱਚੇ ਚ, ਉਹਨਾਂ ਆਸਟ੍ਰੇਲੀਆ ਵਾਲੇ ਮੁੰਡੇ ਨੇ ਦੱਸਿਆ, ਕਹਿੰਦਾ ਸਾਡੇ ਪਿੰਡ ਦੀ ਕੁੜੀ ਜੱਜ ਬਣ ਗਈ। ਮੈਂ ਚਲੋ ਵਧੀਆ, ਕਹਿੰਦਾ ਯਾਰ ਸਾਰੇ ਵਿੱਚ ਖੁਸ਼ੀ ਹੈ। ਕਹਿੰਦਾ ਉਹਦਾ ਬਾਪੂ ਕਹੀ ਜਾਂਦਾ ਯਾਰ ਬਿਨਾਂ ਪੈਸਿਆਂ ਤੋਂ ਮੇਰੀ ਕੁੜੀ ਜੱਜ ਬਣ ਗਈ, ਵੀ ਕਮਾਲ ਹੋ ਗਈ। ਉਹਦੀ ਦਾਦੀ ਦਾ ਨਾਂ ਹੈ ਸੁਰਜੀਤ ਕੌਰ। ਕਹਿੰਦਾ ਉਹਦੀ ਦਾਦੀ ਨੂੰ ਪਿਛਲੇ 4 ਦਿਨਾਂ ਤੋਂ ਖੁਸ਼ੀ 'ਚ ਨੀਂਦ ਨਹੀਂ ਆ ਰਹੀ, ਡਾਕਟਰ ਬਣਾਉਣਾ ਪੈ ਰਿਹਾ ਹੈ ਵੀ ਐਂ ਕਿਵੇਂ ਬਿਨਾਂ ਪੈਸੇ ਤੋਂ ਮੇਰੀ ਪੋਤੀ ਜਿਹੜੀ ਜੱਜ ਬਣ ਗਈ। ਤੇ ਤੁਹਾਨੂੰ ਮੈਂ ਦੱਸ ਦਿੰਦਾ, ਜਦੋਂ ਮੈਨੂੰ ਉਹਨੇ ਇਹ ਗੱਲ ਦੱਸੀ ਮੈਨੂੰ ਵੀ ਨੀਂਦ ਆ ਰਹੀ। ਮੈਂ ਨਾ ਵੀਡੀਓ ਤੁਹਾਨੂੰ ਭੇਜ ਦੇਣਾ। ਆਈ ਥਿੰਕ ਇਹ ਸਭ ਤੋਂ ਸੀਰੀਅਸ ਕੰਟੈਂਪਟ ਆਫ ਕੰਟੈਂਪਟ ਹੈ, ਕਿਉਂਕਿ ਇਹ ਕਨਸਟੀਟਿਊਸ਼ਨ ਆਫ ਇੰਡੀਆ ਜੋ ਅਸੀਂ ਇੱਕ ਗਵਰਨਡ ਹਾਂ ਸੰਵਿਧਾਨ ਨਾਲ, ਔਰ ਉਹ ਸੰਵਿਧਾਨ ਦੀ ਆਰਟੀਕਲ 234 ਥੱਲੇ ਆ, ਮੈਂ ਉਹ ਕਿਤਾਬ ਹੈ ਜੇ ਤੁਸੀਂ ਚਾਹੋਗੇ ਤੇ ਮੈਂ ਤੁਹਾਨੂੰ ਉਹ ਕਾਪੀ ਵੀ ਭੇਜ ਦੂੰਗਾ। ਇਹਦੇ 'ਚ ਆਰਟੀਕਲ 234 ਕਨਸਟੀਟਿਊਸ਼ਨ ਆਫ ਇੰਡੀਆ ਇਹ 'ਚ ਲਿਖਦੀ ਹੈ ਰਿਕਰੂਟਮੈਂਟ ਆਫ ਪਰਸਨਸ ਅਦਰ ਦੈਨ ਡਿਸਟ੍ਰਿਕਟ ਜੱਜ to the judicial services, appointment of persons other than district judges to the judicial service of a state shall be made by the governor of the state in accordance with rules made by him in that behalf after consultations with State Public Service Commission and with the High Court exercising jurisdiction in relation to the such state। कि जिन्नी भी रिक्रूटमेंट प्रोसेस है पीपीएससी ਤਾਂ ਕੱਲਾ ਇਸ਼ਤਿਹਾਰ ਦਿੰਦਾ ਜੀ, ਉਸ ਇਸ਼ਤਿਹਾਰ ਤੋਂ ਬਾਅਦ ਤੁਹਾਨੂੰ ਇਹ ਸਮਝਣੀ ਬੜੀ ਜ਼ਰੂਰੀ ਹੈ। ਇਹ ਪੰਜਾਬ ਸਿਵਲ ਸਰਵਿਸਿਜ਼ ਰੂਲਸ ਮੈਂ ਤੁਹਾਡੇ ਸਾਹਮਣੇ ਲੈ ਕੇ ਆਇਆ।
ਇਹ ਹੈਗੇ ਜੀ ਜੁਡੀਸ਼ੀਅਲ ਬ੍ਰਾਂਚ ਪੰਜਾਬ ਸਿਵਲ ਸਰਵਿਸਿਜ਼ ਰੂਲ 1951 since 1951 in consonance with Constitution of India Article 234 कि ਜਿਹੜੀ ਐਪਲੀਕੇਸ਼ਨ ਵੀ ਹੈ ਜੱਜ ਬਣਨ ਦੀ ਉਹ ਐਪਲੀਕੇਸ਼ਨ ਆਫ ਕੈਂਡੀਡੇਟਸ ਕੌਣ ਲੈਂਦਾ ਹੈ ਉਹ ਡਿਸਟ੍ਰਿਕਟ ਜੱਜ ਲੈਂਦੇ ਆ ਇਹਦੇ ਚ ਪ੍ਰਸਕ੍ਰਾਈਬਡ ਹੈ ਅੱਗੇ ਲਿਖਿਆ ਪਾਰਟ ਬੀ preparation and submission of roles ਇਹ ਸਾਰਾ ਕਾਗਜ਼ ਮੈਂ ਤੁਹਾਨੂੰ ਕਰ ਦੂੰਗਾ ਮਤਲਬ ਡਿਸਟ੍ਰਿਕਟ ਜੱਜ ਕਰਦੇ ਆ ਅਗਲਾ ਐਗਜ਼ਾਮੀਨੇਸ਼ਨ ਆਫ ਕੈਂਡੀਡੇਟਸ along with PPSC ਹਾਈ ਕੋਰਟ ਦੇ ਜੱਜ ਸਾਹਿਬਾਨ ਉਹਦਾ ਪੇਪਰ ਤਿਆਰ ਕਰਦੇ ਆ ਮਤਲਬ ਉਹ ਡਿਸਾਈਡ ਕਰਦੇ ਕਿ ਪੇਪਰ ਕਿਵੇਂ ਹੋਊਗਾ ਕਦੋਂ ਹੋਊਗਾ ਕਿੱਥੇ ਲਿਆ ਜਾਊਗਾ ਐਵਰੀਥਿੰਗ ਇਜ਼ ਡਨ ਬਾਏ ਦ ਚੀਫ ਜਸਟਿਸ ਵੱਲੋਂ ਜਾਂ ਉਹਨਾਂ ਦੀ ਬਣਾਈ ਹੋਈ ਜਿਹੜੀ ਆਨਰੇਬਲ ਹਾਈ ਕੋਰਟ ਦੀ ਕਮੇਟੀ ਹੈ ਸੋ ਬਾਏ ਰਿਪਰੈਜ਼ੈਂਟੇਟਿਵਸ ਆਫ ਦ ਹਾਈ ਕੋਰਟ ਹਿਸ ਡਿਸੀਜਨ ਸ਼ੈਲ ਪ੍ਰੀਵੇਲ ਮਤਲਬ ਫਾਈਨਲ ਡਿਸੀਜਨ ਇਹਦੇ 'ਚ ਉਹ ਕਮੇਟੀ ਦਾ ਹੈ ਜਿਹੜੀ ਹਾਈ ਕੋਰਟ ਦੀ ਆਨਰੇਬਲ ਜੱਜਿਸ ਦੀ ਹੁੰਦੀ ਹੈ ਇਹ ਵੀ ਐਗਜ਼ਾਮੀਨੇਸ਼ਨ ਆਫ ਕੈਂਡੀਡੇਟਸ ਦੀ ਵੀ ਮੈਂ ਤੁਹਾਨੂੰ ਇਹਦੇ ਤੇ ਆ ਸਾਰੀ ਇਹਦੇ 'ਚ ਪਾਰਟ ਸੀ 'ਚ ਲਿਖਿਆ ਹੈ ਕਿ ਕੀ ਪ੍ਰੋਸੈਸ ਹੁੰਦਾ ਹੈ ਔਰ ਤੁਸੀਂ ਸਮਝੋਗੇ ਅਪਰੀਸ਼ੀਏਟ ਕਰੋਗੇ ਕਿ ਇਹ ਸਾਰਾ ਪ੍ਰੋਸੈਸ ਆਨਰੇਬਲ ਹਾਈ ਕੋਰਟ ਦੇ ਜੱਜ ਸਾਹਿਬਾਨ ਕਰਦੇ ਆ ਮਤਲਬ ਕਿ ਇਹਨੇ ਜੋ ਪੈਸਿਆਂ ਦੀ ਗੱਲ ਕੀਤੀ ਹੈ ਚੀਫ ਮਿਨਿਸਟਰ ਸਾਹਿਬ ਨੇ ਇਹ ਆਰੋਪ ਸਿੱਧੇ ਕਿਹਦੇ ਤੇ ਲਾਏ ਆ ਇੰਡੀਪੈਂਡੈਂਸ ਆਫ ਜੁਡੀਸ਼ਰੀ ਜਿਹਦੇ ਤੇ ਲੋਕਤੰਤਰ ਦਾ ਇੱਕ ਇੰਪੋਰਟੈਂਟ ਥੰਮ ਉਹਦੇ ਤੇ ਇਲਜ਼ਾਮ ਲਾਤੇ ਔਰ ਕਹਿੰਦਾ ਮੈਨੂੰ ਵੀ ਨੀਂਦ ਨਹੀਂ ਆ ਰਹੀ ਅੱਗਿਓਂ ਗੱਲ ਸੁਣ ਲਓ ਨੀਂਦ ਤਾਂ ਵੈਸੇ ਵੀ ਨਹੀਂ ਆਉਂਦੀ ਇਹਨੂੰ ਜਿੰਨੀ ਖਾ ਪੀ ਲੈਂਦਾ ਮਗਰ ਆਹ ਗੱਲ ਤਾਂ ਕਮਾਲ ਦੀ ਕਰ ਗਿਆ ਅੱਗੇ ਆ ਅਪਾਇੰਟਮੈਂਟ ਇੱਕ ਇਹਨਾਂ ਦੀ ਜਦ ਅਪਾਇੰਟਮੈਂਟ ਹੁੰਦੀ ਆ ਇੱਕ ਕੇਸ ਹੋਇਆ ਸੁਪਰੀਮ ਕੋਰਟ 'ਚ ਮੈਂ ਵੈਸੇ ਤੁਹਾਨੂੰ ਇਹਦੀ ਨੌਲੇਜ ਦੇ ਰਿਹਾ ਹਰਿਆਣਾ ਗਈ ਸੁਪਰੀਮ ਕੋਰਟ 'ਚ ਕਿ ਜਿਹੜੀ ਆ ਜੱਜ ਸਾਹਿਬਾਨਾਂ ਦੀ ਅਪਾਇੰਟਮੈਂਟ ਹੈ ਇਹ ਅਸੀਂ ਹਰਿਆਣਾ ਸਰਕਾਰ ਆਪ ਥਰੂ PPSC ਕਰਨਾ ਚਾਹੁੰਦੀ ਅਸੀਂ ਨਹੀਂ ਚਾਹੁੰਦੇ ਇਹਦੇ 'ਚ ਹਾਈ ਕੋਰਟ ਦਾ ਕੋਈ ਦਖਲ ਹੋਵੇ ਉਹ ਕੇਸ ਡਿਸਮਿਸ ਹੋਇਆ ਔਰ ਅਖੀਰ 'ਚ ਹਾਈ ਕੋਰਟ ਦੀ ਔਰ ਸੁਪਰੀਮ ਕੋਰਟ ਆਨਰੇਬਲ ਸੁਪਰੀਮ ਕੋਰਟ ਦੀ ਰੂਲਿੰਗ ਕੀ ਆਈ ਉਹਨਾਂ ਨੇ ਕਿਹਾ ਦ ਸਿਲੈਕਸ਼ਨ ਕਮੇਟੀ ਰਿਫਰਡ ਟੂ ਸਬ ਰੂਲ 1 ਸ਼ੈਲ ਕੰਪਰਾਈਜ਼ ਆਫ ਦ ਫੋਲੋਇੰਗ ਮੈਂਬਰਸ 3 judges of the Haryana of the High Court of Punjab and Haryana nominated by the Chief Justice of whom the senior most shall be chairman कि ਜਿਹੜੇ ਆ ਜੱਜ ਸਾਹਿਬਾਨ ਸਿਲੈਕਟ ਹੁੰਦੇ ਆ ਉਹ ਚੀਫ ਜਸਟਿਸ ਆਫ ਦਾ ਪਾਰਟਿਕੂਲਰ ਸਟੇਟ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਸਾਹਿਬ 3 ਜੱਜ ਅਪਾਇੰਟ ਕਰਨਗੇ ਔਰ ਸੀਨੀਅਰ ਮੋਸਟ ਉਹਦਾ ਚੇਅਰਮੈਨ ਹੋਊਗਾ ਉਹਦੇ 'ਚ ਇੱਕ ਐਡਵੋਕੇਟ ਜਨਰਲ ਹੋਊਗਾ ਇੱਕ ਚੀਫ ਸੈਕਟਰੀ ਹੋਊਗਾ ਔਰ ਅਗਲਾ ਮੈਂਬਰ ਚੇਅਰਮੈਨ ਆਫ ਜਿਹੜਾ ਪਬਲਿਕ ਸਰਵਿਸ ਕਮਿਸ਼ਨ ਹੈ ਉਹਦਾ ਚੇਅਰਮੈਨ ਹੋਊਗਾ ਇਹ ਫਾਈਨਲ ਸੁਪਰੀਮ ਕੋਰਟ ਦਾ ਆਰਡਰ ਹੈ ਹੁਣ ਮੈਂ ਮੁੱਖ ਮੰਤਰੀ ਸਾਹਿਬ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਆ ਜਿਹੜੀ ਸਿਲੈਕਸ਼ਨ ਦੀ ਤੁਸੀਂ ਗੱਲ ਕਰ ਰਹੇ ਹੋ ਕਿਹੜੇ ਜੱਜ ਸਾਹਿਬਾਨ ਨੇ ਦੇ ਖਿਲਾਫ ਤੁਸੀਂ ਆਰੋਪ ਲਾ ਰਹੇ ਹੋ ਮੈਂ ਕਹੋ ਜਿਹੜੇ ਆ ਆਰੋਪ ਤੁਸੀਂ ਲਾਏ ਆ ਕਿ ਪਹਿਲਾਂ ਜਿੰਨੇ ਮਤਲਬ ਤੁਸੀਂ ਪਲੀਜ਼ ਸਮਝੋ ਦੈਟ ਜਿੰਨੇ ਵੀ ਕੇਸ ਲੋਕਾਂ ਦੇ ਜਾ ਰਹੇ ਆ ਡਿਸਟ੍ਰਿਕਟ ਕੋਰਟ 'ਚ ਹਾਈ ਕੋਰਟ 'ਚ ਚੀਫ ਮਿਨਿਸਟਰ ਸਾਹਿਬ ਨੇ ਕਹਿਤਾ ਕਿ ਇਸ ਰਿਕਰੂਟਮੈਂਟ ਤੋਂ ਪਹਿਲਾਂ ਜਿੰਨੀ ਰਿਕਰੂਟਮੈਂਟ ਨੇ ਉਹ ਪੈਸੇ ਦੇ ਕੇ ਹੁੰਦੇ ਰਹੇ ਤੇ ਮਤਲਬ ਕਿ ਸੀਰੀਅਸ ਐਲੀਗੇਸ਼ਨ ਆਫ ਕਰਪਸ਼ਨ ਸਿੱਧੇ ਲਾਤੇ ਤੇ ਫਿਰ ਦੱਸੋ ਕਿੱਥੇ ਲੋਕਾਂ ਦਾ ਵਿਸ਼ਵਾਸ ਰਹਿ ਜਾਣਾ ਔਰ ਇਹ ਜੀ ਗੱਲ ਕਰਨੀ ਮੁੱਖ ਮੰਤਰੀ ਵਾਸਤੇ ਇਹ ਕੋਈ ਬਨਾਨਾ ਰਿਪਬਲਿਕ ਤਾਂ ਹੈ ਨਹੀਂ ਔਰ ਮੈਂ ਤੁਹਾਨੂੰ ਇਹ ਵੀ ਦੱਸ ਦਿਆਂ ਕਿ ਐਗਜ਼ਾਮੀਨੇਸ਼ਨ ਸੈਂਟਰ ਕਿੱਥੇ ਹੋਊ एग्जाम पेपर की हो चेकिंग कौन करूं all this is decided by the committee of honorable judges और आज इन्होंने उन्हां ते इल्जाम लाते ਇਹ ਤੋਂ ਸੀਰੀਅਸ ਕੰਮ ਕੀ ਹੋ ਸਕਦਾ ਔਰ ਜਦੋਂ ਕੋਈ ਆਨਰੇਬਲ ਜੱਜ ਦੀ ਡਿਸਮਿਸਲ ਹੁੰਦੀ ਹੈ ਮਤਲਬ ਕਿ ਉਹਦਾ ਐਪਲੀਕੇਸ਼ਨ
एग्जामिनेशन, अपॉइंटमेंट एंड इवन डिसमिसल, वो डिसमिस ਤਾਂ ਹੋ ਸਕਦਾ if it's recommended by the committee of judges of a particular high court or the chief justice and sent to the governor. ਗਵਰਨਰ ਉਹਦੀ ਡਿਸਮਿਸਲ ਕਰਦਾ ਹੈ। ਜਿਹੜਾ ਐਡਾ ਪਾਰਦਰਸ਼ਤਾ ਵਾਲਾ ਪ੍ਰੋਸੈਸ ਹੋਵੇ ਤੇ ਸਾਡੇ ਚੀਫ ਮਿਨਿਸਟਰ ਸਾਹਿਬ ਨੇ ਕਹਿਤਾ ਕਿ ਭਾਈ ਇਹ ਜਿੰਨੇ ਜੱਜ ਪਹਿਲਾਂ ਲੱਗੇ ਆ ਉਹਨਾਂ ਤੇ ਉਹ ਮਤਲਬ ਪੈਸੇ ਦੇ ਕੇ ਲੱਗਦੇ ਰਹੇ ਆ। ਦਿਸ ਇਜ਼ ਵਾਟ ਹੀ ਇਜ਼ ਐਗਜ਼ੈਕਟਲੀ ਸੇਇੰਗ। ਮੈਂ ਫੇਰ ਸੁਣਾ ਦੂੰ ਜੇ ਸਾਡੀ ਆਡੀਓ ਕਲੀਅਰ ਹੋ ਗਈ। ਨੇ ਕੁੜੀਆਂ ਜੱਜ ਬਣੇ ਬੜਾ ਹੋਣਾ। ਇੱਕ ਸਾਡੇ ਲਹਿਰਾਗਾਗਾ ਹਲਕੇ ਦੇ ਪਿੰਡ ਦੀ ਕੁੜੀ ਜੱਜ ਬਣੀ। ਉਹ ਇੱਕ ਮੇਰਾ ਮਿੱਤਰ ਹੈ, ਉਹ ਨਿਊਜ਼ੀਲੈਂਡ 'ਚ ਰਹਿੰਦਾ ਹੈ। ਆਓ ਪਾਓ ਵੇਖ ਲਿਓ, ਠੀਕ ਨਹੀਂ ਲੱਗਦਾ। ਆਸਟ੍ਰੇਲੀਆ 'ਚ ਵੀ ਰਹਿੰਦਾ। ਉਹਨਾਂ ਆਸਟ੍ਰੇਲੀਆ ਵਾਲੇ ਮੁੰਡੇ ਨੂੰ ਦੱਸਿਆ, ਕਹਿੰਦਾ ਸਾਡੇ ਪਿੰਡ ਦੀ ਕੁੜੀ ਜੱਜ ਬਣ ਗਈ। ਮੈਂ ਚਲੋ ਵਧੀਆ। ਕਹਿੰਦਾ ਯਾਰ ਸਾਰੇ ਪਿੰਡ 'ਚ ਖੁਸ਼ੀ ਹੈ। ਕਹਿੰਦਾ ਉਹਦਾ ਬਾਪੂ ਕਹੀ ਜਾਂਦਾ ਯਾਰ ਬਿਨਾਂ ਪੈਸਿਆਂ ਤੋਂ ਮੇਰੀ ਕੁੜੀ ਜੱਜ ਬਣ ਗਈ, ਇਹ ਕਮਾਲ ਹੋ ਗਈ। ਉਹਦੀ ਦਾਦੀ ਦਾ ਨਾਂ ਹੈ ਸਰਜੀਤ ਕੌਰ। ਕਹਿੰਦਾ ਉਹਦੀ ਦਾਦੀ ਨੂੰ ਫਿਰ 4 ਦਿਨਾਂ ਤੋਂ ਖੁਸ਼ੀ 'ਚ ਨੀਂਦ ਨਹੀਂ ਆ ਰਹੀ, ਡਾਕਟਰ ਬਣਾਉਣਾ ਪੈ ਰਿਹਾ ਵੀ ਐਂ ਕਿਵੇਂ ਬਿਨਾਂ ਪੈਸੇ ਤੋਂ ਮੇਰੀ ਪੋਤੀ ਜਿਹੜੀ ਜੱਜ ਬਣ ਗਈ। ਤੇ ਤੁਹਾਨੂੰ ਮੈਂ ਦੱਸ ਦਿੰਦਾ, ਜਦੋਂ ਮੈਨੂੰ ਇਹ ਗੱਲ ਦੱਸੀ ਮੈਨੂੰ ਵੀ ਨੀਂਦ ਆ ਰਹੀ ਵੀ ਇੰਨਾ ਵਧੀਆ ਹੋ ਗਿਆ ਸਿਸਟਮ ਕਿ ਜੱਜ ਬਣ ਲੱਗੇ। ਮਤਲਬ ਕਿ ਪਹਿਲਾ ਸਿਸਟਮ ਮਾੜਾ। ਮਤਲਬ ਚੀਫ ਮਿਨਿਸਟਰ ਕਹਿ ਰਿਹਾ ਹੈ, ਲੈਟਸ ਬੜੀ ਕਲੈਰਿਟੀ ਰੱਖੋ ਜੀ ਇਹ ਗੱਲ ਦੀ। ਇੱਕ ਚੀਫ ਮਿਨਿਸਟਰ ਇਹ ਗੱਲ ਕਹਿ ਰਿਹਾ ਕਿ ਪਹਿਲਾ ਸਿਸਟਮ ਮਾੜਾ ਸੀ, ਹੁਣ ਸਿਸਟਮ ਚੰਗਾ ਹੋ ਰਿਹਾ। ਐਤਕੀ ਬਗੈਰ ਪੈਸਿਆਂ ਦੇ ਬਣੇ, ਮਤਲਬ ਪਹਿਲਾਂ ਕਿ ਵਾਟ ਇਜ਼ ਹੀ ਸੇਇੰਗ ਕਿ ਪੈਸੇ ਦੇ ਕੇ ਬਣਦੇ ਸੀ। ਔਰ ਇਹ ਆਰੋਪ ਕੀਤੇ ਲਾ ਰਿਹਾ ਸਮੁੱਚੀ ਜੁਡੀਸ਼ਰੀ ਤੇ, ਆਨਰੇਬਲ ਜੱਜ ਸਾਹਿਬਾਨਾਂ ਦੀ ਅਪਾਇੰਟਮੈਂਟ ਤੇ, ਆਨਰੇਬਲ ਜੱਜ ਸਾਹਿਬਾਨਾਂ ਦੀ ਜਿਹਦੀ ਅਪਾਇੰਟਮੈਂਟ ਕੋਈ ਹੋਰ ਨਹੀਂ ਪੰਜਾਬ ਐਂਡ ਹਰਿਆਣਾ ਦੀ ਹਾਈ ਕੋਰਟ ਦੀ ਕਮੇਟੀ ਕਰਦੀ ਹੈ। ਸੋ ਮਾਈ ਫਰਸਟ ਥਿੰਗ, ਅਟੈਕਿੰਗ ਦੀ ਇੰਡੀਪੈਂਡੈਂਸ ਆਫ ਜੁਡੀਸ਼ਰੀ ਇਜ਼ ਦ ਬਿਗੇਸਟ ਕ੍ਰਿਮੀਨਲ ਕੰਟੈਂਪਟ। ਅੱਜ ਮੈਂ ਐਡਵੋਕੇਟ ਜਨਰਲ ਸਾਹਿਬ 'ਚ ਇਹ ਗੱਲ ਪੁੱਛਦਾ, ਆਰ ਯੂ ਗੋਇੰਗ ਟੂ ਰਾਈਜ਼ ਟੂ ਦੀ ਓਕੇਜ਼ਨ ਐਂਡ ਕੀ ਤੁਸੀਂ exercise the powers granted to him being a constitutional office and issue a suo motu contempt notice to Bhagwant Mann ki AG sahab tusi suo motu contempt notice Bhagwant Mann nu karoge ki nahi karoge? Attacking the independence of judiciary is the same as attacking the sovereignty of the country because the country is governed by the rule of law. ਇਹ ਮਜ਼ਾਕ ਨਹੀਂ ਹੈ ਕਿ ਤੁਸੀਂ ਐਡੇ ਸੀਰੀਅਸ ਐਲੀਗੇਸ਼ਨ ਮੇਕ ਕਰੋ। ਲੋਕਾਂ ਦਾ ਵਿਸ਼ਵਾਸ ਜਿਸ ਜੁਡੀਸ਼ਰੀ 'ਚ ਅਟੁੱਟ ਆ, ਉਸ ਜੁਡੀਸ਼ਰੀ ਦੀ ਬੇਸਿਕ ਫਾਊਂਡੇਸ਼ਨਸ ਨੂੰ ਤੁਸੀਂ ਅਟੈਕ ਕਰੋ, ਕਿਉਂਕਿ ਤੁਸੀਂ ਰੋਜ਼ ਕੇਸ ਹਾਰ ਰਹੇ ਹੋ। ਕੇਸ ਹਾਰਨ ਕਰਕੇ ਤੁਸੀਂ ਤੀਜਾ ਏਜੀ ਲਾਤਾ। ਹੁਣ ਤੁਸੀਂ ਆ ਨਵਾਂ ਕਨਵਰਟਡ ਤਰੀਕਾ ਵਰਤ ਲਿਆ ਇਹ ਕਹਿਣ ਨੂੰ ਕਿ ਭਾਈ ਅੱਜ ਤੋਂ ਪਹਿਲਾਂ ਜਿੰਨੀ ਅਪਾਇੰਟਮੈਂਟ ਹੈ ਉਹ ਪਾਕ ਸਾਫ ਨਹੀਂ ਹੈ। ਸੋ ਮੇਰਾ ਏਜੀ ਸਾਹਿਬ ਨੂੰ ਅਪੀਲ ਹੈ ਕਿ ਤੁਸੀਂ, ਮੈਂ ਆਪ ਵੀ ਐਪਲੀਕੇਸ਼ਨ ਮੂਵ ਕਰੂੰਗਾ ਜੇ ਏਜੀ ਨੇ ਕੰਟੈਂਪਟ ਨਹੀਂ ਲਿਆ। ਔਰ ਮੈਂ ਅੱਜ ਤੁਹਾਨੂੰ ਕਹਿ ਰਿਹਾ ਵੀ ਆਰ ਗੋਇੰਗ ਟੂ ਬੀ ਮੂਵਿੰਗ ਦੀ ਆਨਰੇਬਲ ਹਾਈ ਕੋਰਟ ਆਫਟਰ ਮੂਵਿੰਗ ਟੂ ਦੀ ਏਜੀ, ਬਿਕੋਜ਼ ਇਹ ਕ੍ਰਿਮੀਨਲ ਕੰਟੈਂਪਟ ਹੈ। ਬੜੀ ਸੀਰੀਅਸ ਗੱਲ ਹੈ। ਲੋਕਾਂ ਦੀ ਜਿਸ ਜੁਡੀਸ਼ਰੀ 'ਚ ਵਿਸ਼ਵਾਸ ਹੈ ਉਸ ਵਿਸ਼ਵਾਸ ਨੂੰ ਢਹਿ ਢੇਰੀ ਕਰਨ ਦੀ ਇੱਕ ਬਹੁਤ ਵੱਡੀ ਸਾਜ਼ਿਸ਼ ਹੈ ਸਰਕਾਰ ਦੀ, ਜਿਹਨੂੰ ਕਿਸੇ ਨੇ ਵੀ ਇਸ ਤਰ੍ਹਾਂ ਬਰਦਾਸ਼ਤ ਨਹੀਂ ਕਰਨਾ, ਕਿਉਂਕਿ ਇਹ ਸੰਵਿਧਾਨ ਦੀ ਧੱਜੀਆਂ ਉਡਾਉਣ ਦੀ ਗੱਲ ਹੈ। ਦੂਜੀ ਗੱਲ ਵੇਖੋ ਅੱਜ ਹਾਲਾਤ ਕੀ ਬਣੇ ਪਏ ਆ। ਇਹ ਕੱਟਰ ਇਮਾਨਦਾਰ ਅੱਜ ਜੁਡੀਸ਼ਰੀ ਨੂੰ ਬੇਈਮਾਨ ਦੱਸਦੇ ਆ, ਮਗਰ ਇਹਨਾਂ ਕੱਟਰ ਇਮਾਨਦਾਰਾਂ ਦੀ ਕਟਾਰੂ ਚੱਕ ਦੀ ਖਬਰ ਪਹਿਲਾਂ ਆਈ ਹੋਈ ਹੈ, ਧਾਲੀਵਾਲ ਦੀ ਪਹਿਲਾਂ ਆਈ ਹੋਈ ਹੈ ਕਿ ਕਿਵੇਂ ਉਹ 100 ਏਕੜ ਜ਼ਮੀਨ ਇਹਨਾਂ ਨੇ ਅਲਾਟ ਕੀਤੀ ਔਰ ਕਿਵੇਂ ਉੱਥੇ ਮਾਈਨਿੰਗ ਚੱਲ ਰਹੀ ਹੈ, ਕਿਵੇਂ ਉਹ BDO ਨੂੰ ਰਾਤੋਂ ਰਾਤ DDPO ਬਣਾ ਕੇ ਉਹ ਜ਼ਮੀਨ ਅਲਾਟ ਕਰਤੀ। ਉਹ ਸਾਰਾ ਰੌਲਾ ਹਾਲੇ ਤੱਕ ਉਹਦਾ ਕੁਝ ਨਹੀਂ ਹੋ ਰਿਹਾ। ਆ ਤੀਜੀ ਫੋਟੋ ਕੱਲ ਦੀ ਮੈਂ 2-3 ਵੀਡੀਓ ਅਪਲੋਡ ਕੀਤੀ ਹੈ ਹਰਜੋਤ ਬੈਂਸ ਦੀਆਂ। ਇੱਕ
ਵਕੀਲ ਸਾਹਿਬ ਨੇ ਇਹ ਉਹਨਾਂ ਨੇ ਚਿੱਠੀ ਮੂਵ ਕੀਤੀ ਆਨਰੇਬਲ ਗਵਰਨਰ ਸਾਹਿਬ ਨੂੰ, ਕਿਉਂਕਿ ਉਹਨਾਂ ਨੂੰ ਵਿਸ਼ਵਾਸ ਹੀ ਨਹੀਂ ਰਹਿ ਗਿਆ। ਜੁਗਰਾਜ ਸਿੰਘ ਸਨ of ਹਰਦੇਵ ਸਿੰਘ ਔਰ ਵਿਸ਼ਾਲ ਸੈਣੀ ਐਡਵੋਕੇਟ ਸਾਹਿਬ ਨੇ ਕਿਉਂ ਮੂਵ ਕਰਨੀ ਪਈ ਐਪਲੀਕੇਸ਼ਨ। ਆ ਮੈਂ ਤੁਹਾਨੂੰ ਮਾਈਨਿੰਗ ਦੀਆਂ 2 ਫੋਟੋਆਂ ਵਿਖਾਊਂਗਾ, ਅੱਡ ਅੱਡ ਨੇ। ਇੱਕ ਪਹਿਲਾਂ ਮੈਂ ਚੜਾਈ ਸੀ 2 ਦਿਨ ਪਹਿਲਾਂ, ਪਿੰਡ ਇੱਕੋ ਹੀ ਹੈ, ਖੇਲ ਆਪਣਾ ਪਿੰਡ ਦਾ ਨਾਮ ਹੈ ਕਮਲੋਟ ਖੇੜੇ ਦੀ 2 ਵੀਡੀਓ ਪਹਿਲਾਂ ਤਾਂ ਦਿਖਾਈ ਜਿੱਥੇ ਉਹ ਟਿੱਪਰ ਤੇ ਆ ਦੂਜੀ ਹੈ ਜੀ, ਇਹ ਨਵੀਂ ਵੀਡੀਓ ਹੈ। ਹਾਲ ਵੇਖੋ ਉੱਥੇ ਕੀ ਕੀਤਾ ਪਿਆ। ਹਾਂਜੀ ट्वीट आ ਇਹ ਦੂਜੀ दिख रही है जी कि नहीं दिख रही। नाउ जस्ट सी, ये सारी जमीन फॉरेस्ट लैंड है। 40-40 50-50 फुट ਦੇ ਟੋਏ ਕਰਤੇ ਆ, ਧਰਤੀ ਦਾ ਹੇਠਲਾ ਪਾਣੀ ਕੱਢਤਾ। ਇਹ ਗੰਗਾ ਸਟੋਨ ਕ੍ਰਸ਼ਰ ਦੇ ਨੇੜੇ ਇਹ ਜ਼ਮੀਨ ਹੈ। ਔਰ ਇੱਕ ਜਿਹੜੀ ਮੈਂ ਪਹਿਲਾਂ ਵੀਡੀਓ ਚੜਾਈ ਸੀ ਜਿੱਥੇ ਇੱਕ ਟਿੱਪਰ ਤੇ ਪੋਕਲੇਨ ਮਸ਼ੀਨ ਦਿਖਦੀ ਆ, ਉਹ ਦੂਜੀ ਵੀਡੀਓ 2 ਦਿਨ ਪਹਿਲਾਂ ਦੀ ਆ, ਮੈਂ ਟਵੀਟ ਵੀ ਕੀਤੀ ਸੀ। ਇਹ ਨਿਊ ਸਤਲੁਜ ਸਟੋਨ ਕ੍ਰਸ਼ਰ ਦੇ ਖਿਲਾਫ FIR ਨੰਬਰ 146 ਹੁੰਦੀ ਹੈ। ਫੋਰੈਸਟ ਲੈਂਡ, ਮੈਂ ਬਾਰ-ਬਾਰ ਰਿਪੀਟ ਕਰ ਰਿਹਾ, ਫੋਰੈਸਟ ਲੈਂਡ, ਕੋਈ ਮਾਈਨਿੰਗ ਸਾਈਟ ਨਹੀਂ ਹੈ ਇਹ। मतलब ਜਿਹੜੀ ਪ੍ਰੋਟੈਕਟਡ এনवायरमेंट ਹੈ ਉਸ এনवायरमेंट ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ। ਔਰ ਤੁਸੀਂ ਪ੍ਰੈਸ਼ਰ ਵੇਖੋ ਹਰਜੋਤ ਬੈਂਸ ਦਾ ਕਿਹੇ ਜਾਏ। ਤੁਹਾਨੂੰ ਉਹ ਆਡੀਓ ਵੀ ਸੁਣਾਤੀ ਮੇਰਾ ਵੀ, ਜਿਹੜੀ ਆਡੀਓ ਆਈ ਸੀ ਜਦੋਂ ਇੱਕ ਬੰਦੇ ਨੂੰ ਗਾਲਾਂ ਕੱਢ ਰਿਹਾ ਸੀਗਾ ਇਹਦਾ ਚਾਚਾ, ਜਿਹੜੀ ਉਹ ਸੋਹਣ ਸਿੰਘ ਬੈਂਸ ਤੇ ਉਹਦਾ ਚਾਚਾ ਬਚਿੱਤਰ ਸਿੰਘ ਬੈਂਸ, ਇਹਦਾ ਹਰਜੋਤ ਦਾ ਚਾਚਾ ਬਚਿੱਤਰ ਸਿੰਘ ਬੈਂਸ ਰੱਜ ਕੇ ਇਲੀਗਲ ਮਾਈਨਿੰਗ ਕਰਾ ਰਹੇ। ਔਰ ਇਸ ਤਰੀਕੇ ਦਾ ਪ੍ਰੈਸ਼ਰ ਹੈ ਇਸ SSP ਰੋਪੜ ਤੇ। ਇੱਕ SSP ਤਾਂ ਤਰਨਤਾਰਨ ਵਾਲਾ ਜਿਹਨੇ ਰੰਗੇ ਹੱਥੀ ਮਨਜਿੰਦਰ ਲਾਲਪੁਰੇ ਦੇ ਰਿਸ਼ਤੇਦਾਰਾਂ ਨੂੰ ਫੜਿਆ, ਉਹਦੀ ਬਦਲੀ ਹੋ ਗਈ, ਥਾਣਾ ਸਸਪੈਂਡ ਹੋ ਗਿਆ। ਔਰ ਇੱਕ SSP ਇਹ ਵਿਵੇਕਸ਼ੀਲ ਸੋਨੀ ਜਿਹਨੂੰ ਹਾਈ ਕੋਰਟ ਨੇ ਫਟਕਾਰ ਲਾਈ ਕਿ ਤੂੰ ਭਾਈ ਟਰੱਕ ਡਰਾਈਵਰ ਤਾਂ ਫੜ ਲਿਆਉਣਾ, ਕਿ ਟਰੱਕ ਡਰਾਈਵਰ ਮਾਈਨਿੰਗ ਕਰ ਰਿਹਾ? ਮਾਈਨਿੰਗ ਟਰੱਕ ਡਰਾਈਵਰ ਨਹੀਂ ਕਰ ਰਿਹਾ, ਤੂੰ ਬਿਗ ਫਿਸ਼ ਨੂੰ ਫੜ, ਤੂੰ ਸਰਗਨਾ ਨੂੰ ਫੜ, ਉਹਨੂੰ ਨਹੀਂ ਫੜ ਰਿਹਾ। ਆ ਉਹਦੀ ਨਵਾਂ ਕਾਰਨਾਮਾ ਵੇਖੋ, ਉਹਨੇ FIR ਕੀਤੀ ਅਨਨੋਨ ਪੀਪਲ ਤੇ। ਐਡਾ ਵੱਡਾ ਸਟੋਨ ਕ੍ਰਸ਼ਰ ਚੱਲ ਰਿਹਾ, ਮਸ਼ੀਨਰੀ ਲੱਗੀ ਹੈ, ਸਭ ਕੁਝ ਸਾਹਮਣੇ ਹੈ। ਮਾਲਕਾਂ ਦੇ ਨਾਂ ਨਹੀਂ ਲਿਖਿਆ। ਕਿਉਂ ਨਹੀਂ ਲਿਖਿਆ? ਕਿਉਂਕਿ ਪ੍ਰੈਸ਼ਰ ਸੀ ਹਰਜੋਤ ਬੈਂਸ ਦਾ, ਕਰਾਈ ਹੋ ਰਹੀ ਹੈ। ਔਰ ਕੱਲ ਹੀ ਕੀ ਹੋਇਆ, ਆ ਵੀਡੀਓ ਤੁਸੀਂ ਵੇਖ ਹੀ ਲਈ ਹੈ ਕਿ ਕੀਰਤਪੁਰ ਦਾ ਜਿਹੜਾ ਟਰੱਕ ਯੂਨੀਅਨ ਦਾ ਪ੍ਰਧਾਨ ਹੈ, ਉਹਨੇ ਇਹਨਾਂ ਦੇ ਇਸ਼ਾਰੇ ਤੇ ਕੰਮ ਕਰਨ ਤੋਂ ਮਨਾ ਕਰਤਾ ਵੀਰ ਸਿੰਘ ਨੇ ਤੇ ਉਹਦੇ ਬ੍ਰਦਰ ਨੇ ਨਾਜਰ ਸਿੰਘ ਨੇ। ਔਰ ਮੈਂ ਉਹ ਆਡੀਓ ਵੀ ਰਿਲੀਜ਼ ਕਰ ਰਿਹਾ, ਥੋੜੀ ਤੁਹਾਨੂੰ ਸੁਣਾ ਦਿੰਦਾ ਕਿ ਵੇਖੋ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ, ਖਾਲਸਾ ਪੰਥ ਦੀ ਉਹ ਧਰਤੀ ਜਿੱਥੇ ਖਾਲਸਾ ਪੰਥ ਦੀ ਐਡਾ ਵੱਡਾ ਇਤਿਹਾਸ ਹੋਵੇ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਬਖਸ਼ਿਸ਼ ਵਾਲੀ ਧਰਤੀ, ਉੱਥੇ ਇਹ ਹਾਲਾਤ ਹੈ ਕਿ ਇਹ ਆਪ ਬੋਲ ਕੇ ਕਹਿ ਰਿਹਾ ਕਿ ਸਾਡੀ ਦਾੜੀ ਪੁੱਟੀ ਗਈ, ਕੇਸਾਂ ਦੀ ਬੇਅਦਬੀ ਹੋਈ, ਦਸਤਾਰ ਲਾਈ ਗਈ। ਔਰ ਕੌਣ ਕਰਨ ਵਾਲਾ? ਹਰਜੋਤ ਬੈਂਸ। ਫਿਰ ਉਸ ਤੋਂ ਬਾਅਦ ਮੇਰੀ ਉਹਨਾਂ ਦੀ ਬੇਟੀਆਂ ਨਾਲ ਗੱਲ ਹੋਈ। ਬੇਟੀ ਐਡੀ ਕ ਸਹਿਮੀ ਹੋਈ ਸੀ ਕਿ ਸਾਡੇ ਘਰ 50-60 ਪੁਲਿਸ ਵਾਲੇ ਆਏ ਔਰ ਬਗੈਰ ਕਿਸੇ ਗੱਲ ਦੇ ਕੁੱਟਣਾ ਮਾਰਨਾ ਸ਼ੁਰੂ ਕਰਤਾ ਮੇਰੇ ਚਾਚਾ ਜੀ ਨੂੰ, ਮੇਰੇ ਬਜ਼ੁਰਗਾਂ ਨੂੰ ਤੇ ਮੇਰੇ ਤਾਇਆ ਜੀ ਨੂੰ। ਨਾਜਰ ਸਿੰਘ ਹੋਰਾਂ ਨੂੰ ਲੈ ਗਈ, ਉਹਨਾਂ ਦੀ ਕੁੱਟਮਾਰ ਕਰਕੇ ਉਹਨਾਂ ਦੀ ਇਸ ਤਰੀਕੇ ਕੀ। ਕਿਉਂ? ਕਿਉਂਕਿ ਇਲੀਗਲ ਮਾਈਨਿੰਗ ਦੇ ਹਰਜੋਤ ਬੈਂਸ ਤੇ ਇਹ ਵਿਘਨ ਬਣਦੇ ਸੀ, ਜਿਹੜਾ ਉਹਨੂੰ ਬਰਦਾਸ਼ਤ ਨਹੀਂ ਹੋ ਰਿਹਾ। ਉਹ ਮੈਂ ਤੁਹਾਨੂੰ ਦੋਵੇਂ ਰਿਲੀਜ਼ ਕਰ ਦੂੰ। ਸੁਣਾਉਣੀ ਹੈ ਕਿ ਬਾਅਦ ਚ ਕਰ? ਹੁਣ ਤੀਜਾ ਕੰਮ ਬੜਾ ਅਫਸੋਸ ਹੋਇਆ ਕਿ ਦੁੱਖ ਲੱਗਿਆ ਦੇਸ਼ ਦੇ ਪੱਗਾਂ ਰੋਲੀਆਂ ਗਈਆਂ ਨੇ, ਦਸਤਾਰਾਂ
ਇਸ ਤਰ੍ਹਾਂ ਦੀ ਦਾਣੇ ਦੀ ਜੋ ਬੇਅਦਬੀ ਕੀਤੀ ਆ ਬੜੀ ਦੁਖਦਾਈ ਗੱਲ ਹੈ ਕਿ ਸਾਰੇ ਤੁਹਾਡੇ ਨਾਲ ਆ ਜੀ ਇਸ ਮੁੱਦੇ ਤੇ ਹਾਂਜੀ ਨਹੀਂ ਇਹ ਸਾਰੀਆਂ ਧੀਆਂ ਭੈਣਾਂ ਘਰੇ ਸੀ ਜਦੋਂ ਸਾਹਮਣੇ ਗਾਲਾਂ ਕੱਢਦੀ ਸੀ ਕੌਣ ਚਾਹ ਪੀ ਰਿਹਾ ਸੀ ਅੱਛਾ ਜੀ ਅੱਛਾ ਇਹ ਮੈਂ ਤੁਹਾਨੂੰ ਸਾਰੀ ਆਡੀਓ ਰਿਲੀਜ਼ ਕਰ ਰਿਹਾ ਜੀ, ਸਿੱਧੇ ਆਰੋਪ ਹਰਜੋਤ ਬੈਂਸ ਤੇ। ਹੁਣ ਤੀਜੀ ਗੱਲ, ਇਹ ਕੱਟੜ ਇਮਾਨਦਾਰਾਂ ਦੀ ਕੰਮ ਵੇਖ ਲਓ, ਗਏ ਛੋਲੇ ਕੁਲਚੇ ਖਾਣ। ਛੋਲੇ ਕੁਲਚੇ ਤਾਂ ਤੁਸੀਂ ਵੀ ਖਾਂਦੇ ਹੋਣੇ, ਸਾਡੇ ਬੜਾ ਉੱਥੇ ਮਸ਼ਹੂਰ ਹੈ ਜੀ ਸ੍ਰੀ ਅੰਮ੍ਰਿਤਸਰ ਸਾਹਿਬ। ਮਗਰ ਇਹ ਬਦਲਾਵ ਦੀ ਸਰਕਾਰ ਦਾ ਨਵਾਂ ਹੀ ਰੰਗ ਵੇਖਣ ਨੂੰ ਮਿਲਿਆ। ਸਭ ਤੋਂ ਪੁਰਾਣਾ ਹੋਟਲ ਅੰਮ੍ਰਿਤਸਰ ਸਾਹਿਬ ਦਾ ਇੱਕ ਅੰਮ੍ਰਿਤਸਰ ਇੰਟਰਨੈਸ਼ਨਲ ਹੁੰਦਾ ਸੀ, ਉਸ ਤੋਂ ਬਾਅਦ ਇਹ MK ਬਣਿਆ। ਤੁਸੀਂ ਤਾਂ ਜਾਣਦੇ ਹੋ, ਮਤਲਬ ਤੁਸੀਂ ਰਹਿੰਦੇ ਉੱਥੇ। MK ਹੋਟਲ ਨੂੰ ਚੱਲਦਿਆਂ ਨੂੰ 25 ਸਾਲ ਦੇ ਲਗਭਗ ਹੋ ਗਏ। 25 ਸਾਲਾਂ 'ਚ ਤੁਸੀਂ ਲਾ ਲਓ ਕਿੰਨੀਆਂ ਸਰਕਾਰਾਂ ਆਈਆਂ ਤੇ ਕਿੰਨੀਆਂ ਗਈਆਂ। ਮਗਰ ਇਹ ਕੱਟੜ ਇਮਾਨਦਾਰ ਦੇ ਪਹਿਲੀ ਗੱਲ ਵੇਖੀ, ਔਰ 3 ਵਜ਼ੀਰ, ਇੱਕ ਹਰਪਾਲ ਚੀਮਾ ਸਾਹਿਬ, ਇੱਕ ਮੀਥੇਰ ਸਾਹਿਬ ਤੇ ਤੀਜਾ ਅਮਨ ਅਰੋੜਾ ਸਾਹਿਬ। ਇਹ ਗਏ ਕੁਲਚਾ ਲੈਂਡ, ਇੱਕ ਕੁਲਚੇ ਖਾਣ, ਉੱਥੇ ਸੀ ਭੀੜ। ਇਹ ਆ ਗਏ ਸਾਹਮਣੇ ਉਹਦੇ ਹੈ MK ਹੋਟਲ। ਇਹ ਚਲੇ ਗਏ MK ਹੋਟਲ ਦੇ ਅੰਦਰ ਤੇ ਕਹਿੰਦੇ ਕਮਰਾ ਖੋਲ ਦਿਓ। ਜਿਹੜਾ ਮਾਲਕ ਸੀ ਸੰਜੇ ਗਲੋਤਰਾ ਜੀ, ਉਹ ਬਿਮਾਰ ਨੇ, ਉਹ ਮੈਦਾਨਤਾ 'ਚ ਦਾਖਲ ਸੀ। ਹੁਣ ਮੈਨੇਜਰ ਨੂੰ ਕੋਈ ਕਮਰਾ ਲੈਣ ਆਊਗਾ, ਤੁਸੀਂ ਜਾਓਗੇ, ਕੋਈ ਜਾਊਗਾ, ਖਾਸ ਕਰ ਜਿਹੜੇ ਆਪਦੇ ਆਪ ਨੂੰ ਆਮ ਆਦਮੀ ਕਹਿੰਦੇ ਆ, ਮੈਨੂੰ ਉਹਨਾਂ ਦੀ ਨਹੀਂ ਸਮਝ ਆਈ। ਉਹਨਾਂ ਨੇ ਕਮਰਾ ਮੰਗਿਆ, ਉਹਨੇ ਪੁੱਛ ਲਿਆ ਕਿਉਂ ਰਹਿਣਾ, ਕੀ ਰਹਿਣਾ, ਜੋ ਨਾਰਮਲ ਫਾਰਮੈਲਿਟੀ ਹੁੰਦੀ, ਉਹਨੇ ਕਿਰਾਇਆ ਦੱਸਤਾ 5500। ਮੰਤਰੀਆਂ ਨੂੰ ਚੜ ਗਿਆ ਗੁੱਸਾ, ਕਹਿੰਦੇ ਕੋਈ ਨਾ ਕਮਰਾ, ਪੈਸੇ। ਇੱਕ ਵਾਰੀ ਤਾਂ ਉਹਨਾਂ ਨੇ ਰੌਲਾ ਰੂਲਾ ਪਾਇਆ ਕਿ ਤੁਹਾਨੂੰ ਨਹੀਂ ਪਤਾ ਮੈਂ ਕੌਣ ਆ, ਤਿੰਨਾਂ ਨੇ। ਉਹ ਮੈਨੇਜਰ ਨੇ ਕਹਿਤਾ ਸਾਨੂੰ ਤਾਂ ਪਤਾ ਨਹੀਂ ਜੀ ਕੌਣ ਆ ਕੌਣ ਨਹੀਂ, ਸਾਨੂੰ ਤਾਂ ਕਿਰਾਇਆ ਦੇ ਦਿਓ, ਭਾਵੇਂ ਤੁਸੀਂ ਆ ਭਾਵੇਂ ਕੋਈ ਰਵੇ, ਸਾਨੂੰ ਕੀ। ਚਲੋ ਰੌਲਾ ਗੋਲਾ ਪਿਆ, ਅਖੀਰ 'ਚ ਉਹਨਾਂ ਨੇ ਦੇ ਦਿੱਤੇ 5500 ਤੇ ਕਮਰਾ ਖੋਲਤਾ। ਮਗਰ ਈਗੋ ਇੰਨੀ ਹਰਟ ਹੋ ਗਈ, ਅਹੰਕਾਰ ਇਸ ਕਿਸਮ ਦਾ ਹੋ ਗਿਆ। ਔਰ ਕਮਾਲ ਦੀ ਗੱਲ ਹੈ, ਹੋਇਆ ਵੀ ਕਿਹੜੀ ਤਰੀਕ ਨੂੰ, 14 ਤਰੀਕ ਜਿਸ ਦਿਨ ਇਹਨਾਂ ਨੇ ਇੰਡਸਟਰੀ ਸਮਿਟ ਇਹ ਸ੍ਰੀ ਅੰਮ੍ਰਿਤਸਰ ਸਾਹਿਬ 'ਚ ਕਰਦੇ ਫਿਰਦੇ ਸੀ। ਉਹ ਮੈਂ ਵੀਡੀਓ ਦਿਖਾਊਂਗਾ। ਨਾਲ ਦੇ ਹੋਟਲ 'ਚ, ਤਾਜ ਹੋਟਲ 'ਚ ਕੇਜਰੀਵਾਲ ਸਾਹਿਬ ਤੇ जब भी इंडस्ट्री की ਆ बात ਸੁਣਨ ਵਾਲੀ ਗੱਲ ਹੈ, बड़ी ਵਧੀਆ ਗੱਲ है। सुना एक ही चीज सुनने में आती थी कि कितना बाहर से इन्वेस्टमेंट आ रहा है, कितना बाहर से इन्वेस्टमेंट आ रहा है। वो तो इम्पोर्टेंट है, लेकिन किसी ने सही कहा कि बाहर के इन्वेस्टमेंट को तो बाद में देख लेना, पहले अपनी इंडस्ट्री तो बचा लो। बचा ली। अगर हमारी इंडस्ट्री नहीं बचेगी तो बाहर का इन्वेस्टमेंट का क्या फायदा। और सबसे बड़े ब्रांड एम्बेसडर्स तो आप ही लोग हैं। कोई अगर बाहर से इंडस्ट्री लगाने आएगा तो सबसे पहले तो आप ही से पूछेगा कि भाई साहब क्या माहौल है यहाँ पे, अच्छा माहौल है, खराब माहौल है, मैं पैसा लगाऊं यहाँ पे। और आप कहोगे नहीं जी बहुत खराब माहौल है, मत आना, तो कोई भी बाहर से पैसा नहीं आ सकता। तो एक भगवंत मान साहब ने बड़ा अच्छा काम किया। अब बस जी माहौल देखो कितना चंगा, छोले कुलचे खान तो दरगे ਉਹ ਖੋਲਿਆ ਨਹੀਂ ਵਿਚਾਰਿਆਂ ਨੇ, MK ਵਾਲਿਆਂ ਨੇ। ਉਹਨਾਂ ਦੇ ਨਾਲ ਕਿਸ ਤਰੀਕੇ ਦਾ ਤਸ਼ੱਦਦ ਆ, ਪਹਿਲਾ 29/9/2023 ਆ ਪੋਲਿਊਸ਼ਨ ਕੰਟਰੋਲ ਬੋਰਡ ਦਾ ਉਹਨਾਂ ਨੂੰ ਨੋਟਿਸ ਕੱਢਤਾ। ਹੁਣ ਕੌਣ ਹੈ ਜੀ ਪੋਲਿਊਸ਼ਨ ਦਾ ਮਿਨਿਸਟਰ, ਮੀਥੇਰ ਸਾਹਿਬ। ਨੋਟਿਸ ਕੱਢਤਾ, ਥੱਲੇ ਕਹਿਤਾ ਕਿ ਅੱਜ ਹੀ ਬੰਦ ਕਰ ਦੇਣਾ ਤੈਨੂੰ, ਕਿ ਤੇਰੀ ਸਾਰੀਆਂ ਵਾਇਲੇਸ਼ਨ ਹੈ। ਜਿਹੜਾ 25 ਸਾਲ ਤੋਂ ਚੱਲ ਰਿਹਾ ਹੋਟਲ ਛੋਲੇ ਕੁਲਚੇ ਖਾਣ ਤੋਂ ਪਹਿਲਾਂ ਤਾਂ ਠੀਕ ਸੀ,
20 ਕਮਰੇ ਡੀਸੀ ਨੇ ਕਰਾਏ ਸੀ ਉਸ ਦਿਨ, ਤਾਂ ਵੀ ਠੀਕ ਸੀ। ਮਗਰ ਇਹਨਾਂ ਨੂੰ ਹਰਪਾਲ ਚੀਮੇ ਨੂੰ ਮੀਥੇਰ ਤੋਂ ਤੇ ਅਮਨ ਅਰੋੜੇ ਤੋਂ ਮੰਗ ਲਏ ਪੈਸੇ ਕਮਰੇ ਦੇ, ਤੇ ਉਹਨਾਂ ਦੇ ਹੋ ਗਿਆ ਪੋਲਿਊਸ਼ਨ ਦੀ ਨਾਲ ਰੇਡ ਤੇ ਚਿੱਠੀ ਨੋਟਿਸ ਕੱਢਤਾ। ਔਰ ਕਮਾਲ ਦੀ ਗੱਲ ਹੈ, ਕੱਲਾ ਉਹ ਨਹੀਂ ਕੱਢਿਆ, ਇੱਕ ਨੋਟਿਸ ਅਗਲਾ ਕੱਢਿਆ ਐਕਸਾਈਜ਼ ਦਾ, ਉਹ ਮਹਿਕਮਾ ਕਿਹਦਾ? ਹਰਪਾਲ ਚੀਮਾ ਸਾਹਿਬ ਦਾ, ਕਿ ਉਹ ਨੋਟਿਸ ਵੀ ਕੱਢਤਾ। ਤੀਜਾ ਨੋਟਿਸ ਕੱਢਤਾ ਫੂਡ ਡਿਪਾਰਟਮੈਂਟ ਨੇ ਕਿ ਤੇਰੀ ਕੁਆਲਿਟੀ ਨਹੀਂ ਠੀਕ। ਔਰ ਕਮਾਲ ਦੀ ਗੱਲ ਹੈ ਕਿ ਉਹ ਤੋਂ 15 ਦਿਨ ਪਹਿਲਾਂ ਹੀ ਹੈਲਥ ਡਿਪਾਰਟਮੈਂਟ ਫੂਡ ਦੇ ਨੇ ਉਹਨਾਂ ਨੂੰ 5 ਸਟਾਰ ਰੇਟਿੰਗ ਦਿੱਤੀ ਸੀ ਕਿ ਤੁਹਾਡੀ ਐਡੀ ਵਧੀਆ ਸਾਂਭ ਸੰਭਾਲ ਹੈ। ਆ ਇੱਕ ਕੁਲਚੇ ਨਾ ਖੋਣ ਤੇ ਚੱਕਰ ਵੇਖ ਲਓ ਕੀ ਪੈਗਾ, ਕਰ ਲਓ, ਪੜ੍ਹ ਲਓ, ਪੂਛ ਇੱਛੇ ਕਰ ਲਓ ਇਨਵੈਸਟਮੈਂਟ ਪੰਜਾਬ 'ਚ। ਕਹਿੰਦਾ ਮਾਹੌਲ, ਕਹਿੰਦਾ ਤੁਸੀਂ ਦੱਸੋਗੇ। ਹੁਣ ਭਾਈ ਜੇ ਕੋਈ ਆਵੇ ਨਾ, ਤੁਹਾਨੂੰ ਇਹਨਾਂ ਮੁਫਤ 'ਚ ਇਹਨਾਂ ਨੂੰ ਚਾਹ ਪਾਣੀ ਖਿਲਾ ਦਿਆ ਕਰੋ, ਪਿਲਾ ਦਿਆ ਕਰੋ। ਐਡੇ ਭੁੱਖੇ ਨੇ, ਐਡੇ ਮਤਲਬ ਕੀ ਇਹਨਾਂ ਲਈ ਕਵਾਂ ਕਿ ਇਹ ਇਸ ਤਰੀਕੇ ਦਾ ਵਿਵਹਾਰ ਕਰ ਰਹੇ। ਐਂਡ ਸਮਬਡੀ ਹੂਜ਼ ਇਨ ਹਸਪੀਟਲ। ਦੇਖੋ ਕਾਂਗਰਸ ਦੀ ਸਰਕਾਰ ਰਹੀ ਆ, ਸ਼੍ਰੋਮਣੀ ਅਕਾਲੀ ਦਲ ਦੀ ਰਹੀ ਆ, ਤੁਸੀਂ ਇਹ ਗੱਲਾਂ ਨਹੀਂ ਕਦੇ ਇਸ ਤਰ੍ਹਾਂ ਦੀ ਗੱਲ ਨਹੀਂ ਸੁਣੀ ਹੋਣੀ ਕਿ MK ਹੋਟਲ ਵਾਲੇ ਨੂੰ ਇਸ ਤਰ੍ਹਾਂ ਦਾ ਸਟੈਪ ਲੈਣਾ ਪਿਆ। ਅਖੀਰ 'ਚ ਇਹ ਗਏ ਜੀ ਹਾਈ ਕੋਰਟ, ਇਹ ਗਏ ਕੋਰਟ, ਪੰਜਾਬ ਅੰਮ੍ਰਿਤਸਰ ਕੋਰਟ। ਉੱਥੋਂ ਜਾ ਕੇ ਆ ਵੀ ਕਾਗਜ਼ ਮੈਂ ਤੁਹਾਡੇ ਨਾਲ ਸ਼ੇਅਰ ਕਰ ਲੈਣਾ। 3 ਤਰੀਕ ਨੂੰ ਇਹਨਾਂ ਨੂੰ ਜਸਬੀਰ ਸਿੰਘ ਜਿਹੜੇ ਸਿਵਲ ਜੱਜ ਸਾਹਿਬ ਨੇ 3/10/23 ਨੂੰ ਇਹਨਾਂ ਨੂੰ ਸਟੇ ਦਿੱਤਾ ਬਗੈਰ ਨੋਟਿਸ ਦੇ। ਉਹਨੂੰ ਕਹਿਤਾ ਤੇਰਾ ਸਭ ਬੰਦ ਕਰ ਦਿਆਂਗੇ, ਉਡਾ ਦਿਆਂਗੇ। ਉਹ ਵਿਚਾਰਾ ਸਟੇ ਲੈ ਕੇ ਆਇਆ ਤੇ ਇਹ ਕਹਿੰਦੇ ਕਰੋ ਪੰਜਾਬ 'ਚ ਇਨਵੈਸਟ। ਕੋਈ ਕਰੂਗਾ? ਆ ਕੱਟੜ ਇਮਾਨਦਾਰਾਂ ਦੀ ਕਿੰਨੇ ਵਜ਼ੀਰ ਹੋ ਗਏ ਜੀ। ਹਲੇ ਇੱਕ ਦੀ ਮੈਂ ਹੋਰ ਦੱਸੂਗਾ ਕਾਰਨਾਮਾ, ਉਹ ਥੋੜੇ ਚਿਰ 'ਚ ਦੱਸੂਗਾ। ਹਲੇ ਮੈਂ ਸੋਚ ਰਿਹਾ ਤੁਹਾਨੂੰ ਕਿੰਨੇ ਦਿਨਾਂ ਬਾਅਦ ਦੱਸਾਂ। ਉਹ ਵੇਖ ਕੇ ਤਾਂ ਤੁਸੀਂ ਵੈਸੇ ਹੀ ਹੱਕੇ ਬੱਕੇ ਰਹਿ ਜਾਓਗੇ, ਤੁਹਾਡੇ ਤੋਂ ਵੇਖੀ ਵੂਖੀ ਨਹੀਂ ਜਾਣੀ। ਮੈਂ ਪਹਿਲਾਂ ਦੱਸ ਦਿਆਂ ਤੁਹਾਨੂੰ। ਚਲੋ ਉਹ ਤੋਂ ਅਗਲੀ ਗੱਲ ਆ ਜਾਓ। ਕੱਟੜ ਇਮਾਨਦਾਰਾਂ ਦੀ ਹਾਲ ਵੇਖ ਲਓ। ਅੱਜ ਸੁਪਰੀਮ ਕੋਰਟ 'ਚ ਇਹਨਾਂ ਨੂੰ ਆਪ ਨੂੰ ਪਾਰਟੀ ਬਣਾਉਂਦੀ ਫਿਰਦੇ ਆ। CBI ਨੇ ਉਹ ਅਗਲਾ ਠੇਕੇਦਾਰ ਵੀ ਫੜ ਲਿਆ। ਇੱਕ ਤਾਂ ਢੱਲ ਫੜਿਆ ਸੀ ਪਹਿਲਾਂ, ਹੁਣ ਇੱਕ ਹੋਰ ਸੀਗਾ, ਉਹਦਾ ਨਾਮ ਮੈਂ ਭੁੱਲਦਾ, ਅੰਮ੍ਰਿਤ ਇਹ ਜਿਹਾ ਕੀ ਆ, ਜਿਹੜੇ 2 ਸੀਗੇ ਨਾ, ਇੱਕ ਬ੍ਰਿੰਡਕੋ ਤੇ ਅਨੰਤ ਵਾਈਨਸ ਵਾਲਾ, ਦੂਜਾ ਫੜ ਲਿਆ। ਔਰ CBI ਨੇ 17A ਦੀ ਪ੍ਰੋਸੀਕਿਊਸ਼ਨ ਵਾਸਤੇ ਸੈਂਕਸ਼ਨ ਮੰਗੀ ਹੈ ਕੈਪਸਨਾ ਔਰ ਵਰਮਰੋਜਮ ਦੀ। ਮਗਰ ਕੱਟੜ ਇਮਾਨਦਾਰ ਵਾਲੇ ਉਹ ਪਰਮਿਸ਼ਨ ਹੀ ਨਹੀਂ ਦੇ ਰਹੇ CBI ਇਨਕੁਆਇਰੀ ਦੀ। ਕਿਉਂ? ਕਿਉਂਕਿ ਪਤਾ ਜੇ ਚਲੇ ਗਏ ਅੱਗੇ ਇੱਕ ਨਾ WhatsApp ਚੈਟ ਤੁਰੀ ਫਿਰਦੀ ਹੈ, ਤੁਹਾਨੂੰ ਅੱਜ ਮੈਂ ਫੂਡ ਫॉर ਥਾਟ ਦੇ ਦੇਣਾ, ਲੱਭ ਲਿਓ। ਇਹਨਾਂ ਨੇ ਮਿਸਿਸ ਚੱਡਾ ਨੇ ਨਾ ਆਪਣੇ ਹਰਦੀਪ ਚੱਡਾ ਦੀ ਘਰ ਦੀ ਉਹਦੀ ਫੈਕਟਰੀ ਬੰਦ ਕਰਾਤੀ ਤੇ ਉਹ WhatsApp ਚੈਟ ਹੁਣ ਹੱਥ ਲੱਗ ਗਈ ਹੈ CBI ਦੀ। ਉਹ WhatsApp ਚੈਟ 'ਚ ਕਹਿ ਰਹੀ ਹੈ ਕਿ ਜੋ ਤੁਸੀਂ ਕਿਹਾ ਸੀ ਹੁਣ ਤਾਂ ਮੈਂ ਦੇ ਦਿੱਤਾ, ਹੁਣ ਤਾਂ ਚਲਾ ਦਿਓ। ਤੇ ਹੁਣ ਪੁਲਿਸ ਇਹਨਾਂ ਨੂੰ ਪੁੱਛਦੀ ਫਿਰਦੀ ਹੈ ਕਿ ਦੱਸੋ ਕੀ ਦਿੱਤਾ ਜਿਹੜਾ ਪਹਿਲਾਂ ਬੰਦ ਕਰਤਾ ਤੇ ਹੁਣ ਚਲਾ ਦਿੱਤਾ ਕੱਟੜ ਇਮਾਨਦਾਰਾਂ ਦਾ। ਇਹਨਾਂ ਨੂੰ ਗੱਲ ਨਹੀਂ ਆ ਰਹੀ ਅੱਗੇ। ਇਹ ਅਫਸਰ ਦੋਵੇਂ ਗਏ ਸੀ ਦਿੱਲੀ ਜਿੱਥੇ ਮੀਟਿੰਗਾਂ ਹੋਈਆਂ ਨੇ। ਇਹਨਾਂ ਦੀ ਜੇ ਸੈਂਕਸ਼ਨ ਦੇਤੀ ਤੇ ਹੌਲੀ ਹੌਲੀ ਸਾਰਾ ਕੁਝ ਬਾਹਰ ਆਉਣਾ ਆਪਾਂ ਸ਼ੁਰੂ ਹੋ ਜਾਣਾ, ਕਿਉਂਕਿ ਇਹਨਾਂ ਨੇ ਤਾਂ ਸਵੇਰੇ ਅਪਰੂਵਰ ਬਣ ਜਾਣਾ। ਇਹ ਤਾਂ ਓਪਨ ਐਂਡ ਸ਼ਟ ਕੇਸ ਹੈ। ਇਹ ਕੱਟੜ ਇਮਾਨਦਾਰ ਭਾਈ, ਜੇ ਤੁਹਾਡੇ ਕੋਲ ਯੂ ਹੈਵ ਨਥਿੰਗ ਟੂ ਹਾਈਡ, ਦੇ ਦਿਓ ਪਰਮਿਸ਼ਨ। ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜੂ, ਮਗਰ ਦੇ ਆਰ ਰਿਫਿਊਜ਼ਿੰਗ ਟੂ ਗਿਵ। ਔਰ ਮੈਂ ਤੁਹਾਨੂੰ ਉਹ ਦੱਸ ਦਿਆਂ ਕਿ ਕੈਪਸਨਾ ਸਾਹਿਬ ਉਹ ਨੇ, ਇੱਕ ਸਿੰਗਲਾ ਸਾਹਿਬ ਹੋਏ ਆ ਫੂਡ ਮਹਿਕਮੇ 'ਚ। ਮੈਂ ਉਹ ਕਾਗਜ਼ ਵੀ ਅੱਜ ਹੈਗਾ ਰੈਡੀ ਆਪਣੇ ਕੋਲ ਕਿ ਨਹੀਂ, ਰਿਲੀਜ਼ ਕਰ ਦੇਣਾ ਤੁਹਾਨੂੰ। 2019 ਜਾਂ 20 'ਚ ਮੈਂ ਪ੍ਰੈਸ ਕਾਨਫਰੰਸ ਕੀਤੀ ਸੀ। ਇੱਕ ਦੇ ਖਿਲਾਫ ਡਿਮੋਟ ਕੀਤਾ ਪਹਿਲਾਂ ਕੈਪਸਨਾ ਜੀ ਨੇ ਉਹਨੂੰ, ਫਿਰ ਉਹਨੂੰ ਚਾਰਜ ਸ਼ੀਟ ਕੀਤਾ। 80 ਲੱਖ ਰੁਪਏ ਗਬਨ ਕਰਨ ਦਾ ਉੱਤੇ ਦੋਸ਼ ਲਾਏ, ਆਪ ਘੁੱਗੀ ਮਾਰੀ ਔਰ ਇਹ ਲਿਖਤਾ ਕਿ ਇਹਨੂੰ ਨਾ ਕਿਸੇ ਇੰਪੋਰਟੈਂਟ ਪੋਸਟ ਤੇ ਲਾਇਆ ਕਿਉਂਕਿ ਇਹਨੇ PR ਲਈ ਹੋਈ ਆ, ਇਹਨੇ ਭੱਜ ਜਾਣਾ। ਪਤਾ ਨਹੀਂ ਕੀ ਉਹਨੇ ਧੂਫ ਵਿਖਾਈ ਕੈਪਸਨੇ ਨੂੰ ਕਿ ਮਹੀਨੇ ਬਾਅਦ ਹੀ ਉਹਨੂੰ ਵਿਜੀਲੈਂਸ ਕਮਿਸ਼ਨ ਲਾਤਾ। ਫੂਡ ਐਂਡ ਸਿਵਲ ਸਪਲਾਈਜ਼ ਮਹਿਕਮੇ ਦਾ ਚੇਅਰਮੈਨ ਕਮਿਸ਼ਨ, ਵਿਜੀਲੈਂਸ ਕਮਿਸ਼ਨ। ਹੁਣ ਜਦੋਂ ਪਰਚੇ ਹੋਏ ਆਸ਼ੂ ਤੇ, ਉਸ ਪਰਚਿਆਂ 'ਚ ਸਿੰਗਲੇ ਦਾ ਰੋਲ ਬੜਾ ਵੱਡਾ ਦੱਸਿਆ ਗਿਆ ਹੈ। ਔਰ ਸਿੰਗਲਾ ਭਗੌੜਾ ਭਾਈ, ਉਹ ਸਿੰਗਲੇ ਨੂੰ
ਪਹਿਲਾਂ ਡਿਮੋਟ ਕੀਤਾ, ਫਿਰ ਪ੍ਰਮੋਟ ਕੀਤਾ, ਫਿਰ ਚੇਅਰਮੈਨ ਵਿਜੀਲੈਂਸ ਕਮਿਸ਼ਨ ਲਾਇਆ, 80 ਲੱਖ ਦਾ ਗਬਨ ਦਾ ਕਾਗਜ਼ ਘੁੱਗੀ ਮਾਰੀ। ਉਹ ਕਿਹਨੇ? ਕੈਪ ਸਿਨਹਾ ਸਾਹਿਬ ਨੇ। ਔਰ ਜਿਹੜੇ ਦੂਜੇ ਅਫਸਰ ਆ ਉਹਨਾਂ ਦੇ ਬਾਰੇ ਤਾਂ ਮੈਂ ਕੀ ਕਹਿਣਾ, ਤੁਸੀਂ ਪਤਾ ਹੀ, ਜਿਹੜੇ ਅਮਰੂਦ ਖਾ ਗਏ ਆ, ਕਿੰਨੇ ਦੇ ਖਾ ਗਏ, ਉਹ ਇਕੱਲੇ ਹੀ ਨੇ। ਬਾਕੀਆਂ ਨੂੰ ਤਾਂ ਜ਼ਮਾਨਤ ਲੈਣੀ ਪਈ ਹੈ, ਇਹਨਾਂ ਨੂੰ ਅਮਰੂਦ ਖਾਣ ਦੀ ਕੋਈ ਜ਼ਮਾਨਤ ਨਹੀਂ ਲੈਣੀ ਪਈ ਹੈ। ਸੋ ਕੱਟੜ ਇਮਾਨਦਾਰਾਂ ਨੂੰ ਭਾਈ, ਜੁਡੀਸ਼ਰੀ ਨੂੰ ਤੁਸੀਂ ਬੇਈਮਾਨ ਕਹਿਤਾ। ਚੀਫ ਮਿਨਿਸਟਰ ਸਾਹਿਬ, ਤੁਹਾਡਾ ਹਰਜੋਤ ਬੈਂਸ ਅੱਡ ਲੱਗਿਆ, ਮਨਜਿੰਦਰ ਲਾਲਪੁਰਾ ਅੱਡ ਲੱਗਿਆ, ਹਾਈ ਕੋਰਟ ਦੀ ਖਿਚਾਈ ਹੋ ਰਹੀ ਆ। ਤੁਹਾਡੇ 3 ਵਜ਼ੀਰ ਆ ਕੁਲਚੇ ਖਾਣ ਤੋਂ ਕੀ ਕਿਸੇ ਨੇ ਪੈਸੇ ਮੰਗ ਲਏ ਕਮਰੇ ਦੇ, ਤੁਸੀਂ ਉੱਤੇ ਨੋਟਿਸ ਦੇ ਨੋਟਿਸ ਕੱਢੀ ਜਾਂਦੇ ਕਿ ਇਸ ਤਰ੍ਹਾਂ ਇਨਵੈਸਟਮੈਂਟ ਪੰਜਾਬ 'ਚ ਆਉਣੀ ਆ। ਇਹ ਜੋ ਹਾਲਾਤ ਬਣੇ ਆ, ਇਹਦੇ ਬਾਰੇ ਅੱਜ ਮੈਂ ਕਿਹਾ ਇਹਦਾ ਜਨਮ ਦਿਨ ਹੈ, ਤੁਹਾਨੂੰ ਦੱਸ ਦਿਆਂ ਕਿ ਅੱਜ ਵਧਾਈ ਦੇ ਰੂਪ 'ਚ ਭਾਈ ਜਿਹੜਾ ਵਧਾਈ ਵਧੂਈ ਨਾ ਦੇ ਕੇ ਆਊ ਕੋਈ ਬਿਜ਼ਨਸਮੈਨ, ਸਵੇਰੇ ਰੇਡ ਹੋ ਜਾਣੀ। ਔਰ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸ ਦਿਆਂ, ਮੈਂ ਆਹ ਪੁੱਛਿਆ ਕਿਉਂਕਿ ਆਹ ਲੁਧਿਆਣਾ, ਜਲੰਧਰ, ਮੋਹਾਲੀ, ਅੰਮ੍ਰਿਤਸਰ ਜਿੱਥੇ ਜਿੱਥੇ ਇਹਨਾਂ ਦੇ ਪ੍ਰੋਗਰਾਮ ਹੋਏ ਸੀ ਜਦ ਕੇਜਰੀਵਾਲ ਸਾਹਿਬ ਆਏ ਸੀ, DC ਸਾਹਿਬ ਨੇ ਪਹਿਲਾਂ ਸਾਰੀ ਇੰਡਸਟਰੀ ਨੂੰ ਫੋਨ ਕੀਤਾ ਔਰ ਪੋਲਿਊਸ਼ਨ ਕੰਟਰੋਲ ਬੋਰਡ ਵਾਲੇ ਨੇ ਕੀਤਾ ਔਰ ਇਹ ਗੱਲ ਕਹੀ ਕਿ ਜੇ ਕੋਈ ਉੱਥੇ ਮਾਈ ਦਾ ਲਾਲ ਇੰਡਸਟਰੀ ਵਾਲਾ ਕੋਈ ਗਲਤ-ਮਲਤ ਸਵਾਲ ਪੁੱਛ ਗਿਆ ਨਾ, ਉਹਦੀ ਖੈਰ ਨਹੀਂ। ਮਤਲਬ ਜਿਵੇਂ ਡਾਕਟਰਡ ਤੇ ਟਿਊਟਰਡ ਕੰਮ ਸੀ ਕਿ ਜਿਹੜਾ ਮਿੱਠੇ ਸਵਾਲ ਵੀ ਇਹਨਾਂ ਨੇ ਆਪ ਹੀ ਲਿਖ ਕੇ ਭੇਜੇ ਸੀ, ਆਹ ਗੱਲਾਂ ਤੁਸੀਂ ਕਰਨੀਆਂ ਨੇ। ਇਸ ਲਈ ਤੁਸੀਂ ਵੇਖਦੇ ਹੋਣੇ ਕਦੇ ਕੋਈ ਰੋ ਪੈਂਦਾ ਸੀ ਕਿ ਆਮ ਆਦਮੀ ਦਾ ਮੁੱਖ ਮੰਤਰੀ ਕੋਈ ਕੁਝ ਕਹਿ ਦਿੰਦਾ ਸੀ, ਉਹਦੀ ਵੀਡੀਓ ਵਿਖਾ ਦਿੰਦੇ ਸੀ, ਕਿਸੇ ਨੂੰ ਗੱਲ ਹੀ ਨਹੀਂ ਕਰਨ ਦਿੱਤੀ ਜੋ ਅਸਲ ਹਾਲਾਤ ਬਣੇ ਪਏ। ਦਿਸ ਇਜ਼ ਹਾਊ ਥੀਸ ਪ੍ਰੋਗਰਾਮਸ ਵਰ ਹੈਲਡ। ਔਰ ਕਿੰਨੇ ਕਰੋੜਾਂ ਰੁਪਏ ਇਸ਼ਤਿਹਾਰ 'ਚ ਇਹਨਾਂ ਨੇ ਵੇਸਟ ਕੀਤਾ। ਤੁਹਾਡੀ ਕੋਈ ਸਵਾਲ ਜੀ? वैसे तो तसल्ली हो ही गई है। गवर्नर साहब ने भी चिट्ठी लिखी है हाँ जी। की जो फिजिकल कंडीशन है उनको लेकर। वो तो फैक्ट है जी, दोज आर एब्सोल्यूट क्लियर फैक्ट्स कि पंजाब सरकार फजूल खर्ची ਲਈ ਕਰਜ਼ਾ ਲੈ ਰਹੀ ਹੈ, पंजाब ਦੇ इंफ्रास्ट्रक्चर कैपिटल एक्सपेंडिचर ਲਈ नहीं ਲੈ ਰਹੀ है और फजिंग ऑफ फिगर्स हो रही है। 750 ਕਰੋੜ ਇਸ਼ਤਿਹਾਰਾਂ ਦੇ 1500 ਕਰੋੜ ਦਾ 1500 ਘੰਟੇ ਦਾ ਕੋਈ ਲਗਭਗ 100 ਕਰੋੜ ਦਾ ਤੁਸੀਂ ਜਹਾਜ਼ ਦਾ ਟੈਂਡਰ ਕੱਢੋ। ਥੀਸ ਆਰ ਗੋਇੰਗ ਟੂ ਬੀ ਕੁਐਸਚਨ। 1 ਘੰਟੇ ਦਾ 6 ਘੰਟੇ ਪਰ ਆਵਰ ਫਲਾਈਂਗ ਕਾਸਟ ਹੈ 250 ਘੰਟੇ ਇੱਕ ਜਹਾਜ਼ ਨੂੰ ਉਡਾਉਣਾ। ਪੰਜਾਬ 'ਚ ਤਾਂ ਕੋਈ ਥਾਂ ਹੀ ਨਹੀਂ ਉਡਾਉਣ ਦੀ 250 ਘੰਟੇ। ਇੱਕ ਕੋਨੇ ਤੋਂ ਦੂਜੇ ਕੋਨੇ ਤਾਂ 20 ਮਿੰਟ ਦਾ ਸਫ਼ਰ ਹੈ ਜਹਾਜ਼ 'ਤੇ। ਜਿਹੜਾ ਜਹਾਜ਼ ਇਹ ਫੈਲਕਨ 2000 ਮੈਂ ਤੁਹਾਨੂੰ ਅਗਲੀ ਵਾਰੀ ਵਿਖਾਊਂਗਾ ਉਹਦੀ ਫੋਟੋ ਫਾਟੋ, ਫਿਰ ਤੁਹਾਨੂੰ ਸਮਝ ਆਊ ਅੰਦਰੋਂ ਕਿਹੇ ਜਾ ਬਾਹਰੋਂ ਕਿਵੇਂ ਆ। ਤੁਸੀਂ ਵੀ ਫੀਲਿੰਗ ਲੈ ਲਿਓ ਫੋਟੋ ਵੇਖ ਕੇ ਮਾੜੀ ਮੋਟੀ ਕਿ ਕੀ ਕਰਦੇ ਫਿਰਦੇ। ਪੈਸੇ ਤੁਹਾਡੇ ਜਨਾਬ, ਪੈਸੇ ਕਿਸੇ ਦੀ ਨਹੀਂ ਜਾਤਾ ਇਹਨਾਂ ਦੇ। ਹੁਣ ਦਿੱਲੀ ਵਾਲਿਆਂ ਦੇ, ਦਿੱਲੀ ਵਾਲੇ ਨੂੰ 1500 ਘੰਟੇ ਦੇ ਹੂਟੇ ਦਾ ਤਾਂ ਖਰਚਾ ਦਿੱਤਾ, ਇਲੈਕਸ਼ਨ ਆ ਰਹੀ ਹੈ। 250 ਘੰਟੇ ਦੀ ਤਾਂ ਫਲਾਈਂਗ ਤੁਸੀਂ ਪੰਜਾਬ 'ਚ ਕਰ ਹੀ ਨਹੀਂ ਸਕਦੇ ਉਹ ਜਹਾਜ਼ 'ਤੇ। ਔਰ ਅੱਧੇ 에ਅਰਪੋਰਟ 'ਤੇ ਉਹ ਜਹਾਜ਼ ਉਤਰ ਨਹੀਂ ਸਕਦਾ। ਫੈਲਕਨ 2000 ਡਸੌਲਟ ਮੇਕ ਦਾ ਉਹ 에ਅਰਕ੍ਰਾਫਟ ਹੈ, ਜਿਹੜਾ ਚੈੱਕ ਕਰਿਓ ਅੱਜ ਵੈਬਸਾਈਟ 'ਤੇ, ਤੁਹਾਨੂੰ ਸਮਝ ਆਊਗੀ ਮੇਰੀ ਗੱਲ। और कोई जी? मजीदी साहब, आप जाएंगे 1 तारीख को ये जो सीएम भगवंत मान ने चैलेंज किया कि सारी पार्टी इकट्ठे हों और वहाँ पे डिस्कशन होगी पंजाब के मुद्दों के ऊपर। उन्होंने ना जिस तरह भी किया, कहते कि ਤੁਹਾਡੇ ਜਿਹੜੇ ਪ੍ਰਧਾਨ ਨੇ ਉਹਨਾਂ ਦੇ ਲਈ ਖਾਣ ਪੀਣ ਦਾ ਸਾਰਾ ਇੰਤਜ਼ਾਮ ਕੀਤਾ ਜਾਏਗਾ ਔਰ ਉਹਨਾਂ ਦੇ ਲਈ ਖਾਣ ਪੀਣ ਦਾ ਸਮਾਨ ਮੈਂ ਖੁਦ ਰੱਖੂੰਗਾ। ਉਹ ਇਸ ਤਰ੍ਹਾਂ ਹੈ, ਇਹਨੂੰ ਹਮੇਸ਼ਾ ਖਾਣ ਪੀਣ ਦਾ ਬੜਾ ਫਿਕਰ ਰਹਿੰਦਾ। ਹੁਣ ਇਹ ਦੱਸ ਦੇਵੇ ਜਿਹੜੀਆਂ ਚੀਜ਼ਾਂ ਇਹਨੇ ਰੱਖੀਆਂ, ਮੈਂ ਵੈਸੇ ਤਾਂ ਪੁੱਛ ਹੀ ਚੁੱਕਿਆ ਟਵੀਟ ਰਾਹੀਂ ਕਿ ਨਾ ਇਹ ਕੋਕ, ਪੀਜ਼ਾ, ਚਾਹ, ਬਲੈਕ ਕਾਫੀ, ਇਹਨਾਂ 'ਚ ਕਿਸੇ 'ਚੋਂ ਇਹਨੂੰ ਸਵਾਦ ਨਹੀਂ ਆਉਣਾ। ਇਹ ਜਿਹੜੀ ਪੈਗ ਪੁੱਗ ਆਪਦਾ ਲਾ ਕੇ ਆਊ ਪਟਿਆਲਾ ਪੈਗ, ਕੀ ਉੱਥੇ ਲਿਆ ਕੇ ਪੀਊ ਸਾਰਿਆਂ ਦੇ ਸਾਹਮਣੇ, ਕਿਉਂਕਿ ਸਭ ਨੂੰ ਪਤਾ ਇਹਦੀ ਡਰਿੰਕਿੰਗ ਹੈਬਿਟ ਦਾ। ਜਰਮਨੀ ਕੌਣ ਭੁੱਲਿਆ ਜੀ ਹਲੇ ਤੱਕ। ਆ ਵਿਚਾਲ ਦੀ ਗੱਡੀ ਦੇ ਅੰਦਰ ਵੜ ਗਿਆ ਸੀਗਾ, ਨਿਕਲਦਾ ਨਹੀਂ ਸੀ ਪਿਛਲੇ ਬੂਏ 'ਚੋਂ, ਕਿਹੜਾ ਭੁੱਲਿਆ ਮੈਂ ਵੀਡੀਓ ਵਿਖਾਈ ਨਹੀਂ, ਜੇ ਹੈ ਵਿਖਾਉਣ ਨੂੰ ਥੋੜੀ ਰਿਮਾਈਂਡ ਹੋ ਜਾਂਦੀ ਹੈ ਗੱਲ। ਤੇ ਆਪਾਂ ਉਹ ਕਿਹੜਾ ਭੁੱਲਿਆ। ਜਿਸ ਤਰ੍ਹਾਂ ਰੋਟੀ ਜਿਵੇਂ ਤੁਸੀਂ ਇਹਨੂੰ ਖਾਂਦੇ ਨੂੰ ਵੇਖੀ ਆ, ਮੈਨੂੰ ਲੱਗਦਾ ਉਹ ਤੁਸੀਂ ਤਾਂ ਕਹੇ ਕੋਈ ਉਸ ਤਰ੍ਹਾਂ ਰੋਟੀ ਨਹੀਂ ਖਾ ਸਕਦਾ ਹੋਣਾ ਜਿਵੇਂ ਪਲੇਟ ਦੇ ਵਿੱਚ ਹੀ ਮੂੰਹ ਪਾਇਆ ਹੋਇਆ। ਇਹ ਚੀਜ਼ਾਂ ਆਪਾਂ ਕਿਹੜਾ ਭੁੱਲੇ ਆ ਭਾਈ। ਸੋ ਹੁਣ ਇਹਦੇ ਔਰ ਮੈਨੂੰ ਕਮਾਲ ਦੀ ਗੱਲ ਇਹ ਆ ਕਿ ਐਡਾ ਸੀਰੀਅਸ ਮੁੱਦਾ ਹੋਵੇ। ਕੱਲ ਆ ਵਕੀਲ ਸਾਹਿਬ ਨੇ ਤੇ ਚੀਮਾ ਸਾਹਿਬ ਨੇ ਉਹ ਐਫੀਡੇਵਿਟ ਤੁਹਾਡੇ ਸਾਹਮਣੇ ਰੱਖੇ ਆ।
wherein the Supreme Court, Honorable Supreme Court, ਜਿਹੜਾ ਅਸਲ ਚੀਫ ਮਿਨਿਸਟਰ ਹੈ ਕੇਜਰੀਵਾਲ, the boss of ਆਮ ਆਦਮੀ ਪਾਰਟੀ has given an affidavit ਕਿ ਅਸੀਂ ਹਰਿਆਣੇ ਨਾਲ ਸਹਿਮਤ ਹਾਂ, ਔਰ ਬੋਲ ਕੇ ਵੀ ਉਹਨਾਂ ਨੇ ਗੱਲ ਕਹਿਤੀ ਹੈ ਜਦ ਤੱਕ ਇਹ ਉਸ ਐਫੀਡੇਵਿਟ ਦੇ ਖਿਲਾਫ, ਕੇਜਰੀਵਾਲ ਸਾਹਿਬ ਦੇ ਖਿਲਾਫ ਕੋਈ ਐਕਸ਼ਨ ਲੈਂਦੇ ਨਹੀਂ, ਇਹਨਾਂ ਦਾ ਸਟੈਂਡ ਵੀ ਉਹੀ ਆ। ਇਹਨਾਂ ਨੇ ਵੀ ਕਿਹਾ ਕਿ ਅਸੀਂ ਤਾਂ SYL ਦਾ ਸਰਵੇ ਕਰਾ ਕੇ ਰਾਜੀ ਆ, ਮਗਰ ਆਪੋਜੀਸ਼ਨ ਪਾਰਟੀਆਂ ਨਹੀਂ ਹੋਣ ਦੇ ਰਹੀਆਂ। ਆਪਣਾ ਇਹਨਾਂ ਦਾ ਪ੍ਰਿੰਸੀਪਲ ਸੈਕਟਰੀ ਸਾਹਿਬ ਕ੍ਰਿਸ਼ਨ ਕੁਮਾਰ ਜੀ ਦਾ ਉਹ ਕਾਗਜ਼ ਵੀ ਸਾਹਮਣੇ ਆ ਗਿਆ ਕਿਵੇਂ SYL 30ਵੇਂ ਜਾਂ 32ਵੇਂ ਨੰਬਰ ਤੇ, 32ਵੇਂ ਨੰਬਰ ਤੇ ਆ ਕਿ ਉਹਦਾ ਸਟੱਡੀ ਐਂਡ ਸਰਵੇ ਬਾਰੇ, ਓਨਲੀ ਸਰਵੇ ਬਾਰੇ। ਫਿਰ ਮੁੜ ਕੇ ਤੁਹਾਨੂੰ ਜਚਾਉਣ ਦੀ ਕੋਸ਼ਿਸ਼ ਕਰ ਰਹੇ ਅਸੀਂ ਲੋਕਾਂ ਨੂੰ ਐਜੂਕੇਟ ਕਰਨਾ। ਭਾਈ ਕੀ ਐਜੂਕੇਟ ਕਰਨਾ? ਜਿਹਨੂੰ SYL ਦੀ ਨਹੀਂ ਸਮਝ ਤੁਹਾਡੇ ਇਰੀਗੇਸ਼ਨ ਮਹਿਕਮੇ ਵਾਲਿਆਂ ਨੂੰ, ਤੇ ਵੈਸੇ ਉਹਨਾਂ ਨੂੰ ਫਿਰ ਤਾਂ ਹੈ ਹੀ ਕੋਈ ਨਹੀਂ, ਕਿਉਂਕਿ ਇਰੀਗੇਸ਼ਨ ਮਹਿਕਮੇ ਦੇ ਤਾਂ ਕਾਗਜ਼ਾਂ 'ਚ ਹੀ ਨਹੀਂ ਉਹ ਤਾਂ ਜ਼ਮੀਨ ਵਾਪਸ ਹੋ ਗਈ ਹੈ ਮਾਲਕਾਂ ਨੂੰ 16 'ਚ। ਸੋ ਤੁਸੀਂ ਕੀ ਐਜੂਕੇਟ ਕਰ ਰਹੇ ਹੋ? ਇਟਸ ਨਾਟ ਈਵਨ ਯੋਰ ਲੈਂਡ। ਸੋ ਲਾਈਜ਼ ਆਰ ਬੀਇੰਗ ਸੈਡ ਐਂਡ ਕੀ ਹਿਸ ਡਿਬੇਟ ਇਜ਼ ਨਾਟ ਗੋਇੰਗ ਟੂ ਬੀ ਅਬਵ ਦ ਸੁਪਰੀਮ ਕੋਰਟ। ਇੱਕ ਪਾਸੇ ਸਰਵੇ ਕਰਾਉਣ ਲਈ ਮਨਜ਼ੂਰੀ ਦੇਤੀ ਹੈ, ਇਹਨਾਂ ਦਾ ਸਪੋਕਸਪਰਸਨ ਕਹਿ ਗਿਆ ਬਾਬ ਗਰੇਵਾਲ ਇੱਕ ਟੀਵੀ 'ਚ ਕਿ ਅਸੀਂ ਸਵਾਗਤ ਕਰਦੇ ਆ, ਸਰਵੇ ਦਾ ਧੰਨਵਾਦ ਕਰਤਾ ਉਹਨਾਂ ਨੇ। ਔਰ ਦੂਜੇ ਪਾਸੇ ਇਸ ਤਰ੍ਹਾਂ ਆਪੋਜੀਸ਼ਨ ਪਾਰਟੀਆਂ ਨੂੰ ਇਹ ਜਾਂ ਪੰਜਾਬ ਦੇ ਲੋਕਾਂ ਨੂੰ ਮਿਸਗਾਈਡ ਕਰਨ ਦੀ ਕੋਸ਼ਿਸ਼ ਕਰ ਰਹੇ ਆ। 964 ਨੰਬਰ ਕੋਠੀ 'ਚ ਜੋ ਕੁਝ ਹੋਇਆ ਤੁਹਾਡੇ ਸਾਹਮਣੇ ਆ। ਸੋ ਅਸੀਂ ਤਾਂ ਮੁੱਦੇ ਤੇ ਫੋਕਸਡ ਰਹਿਣਾ ਕਿ ਪੰਜਾਬ ਦਾ ਪਾਣੀ ਨਹੀਂ ਜਾਣਾ। ਤੁਸੀਂ ਜੋ ਐਫੀਡੇਵਿਟ ਕੇਜਰੀਵਾਲ ਦੇ ਇਸ਼ਾਰੇ ਤੇ ਦਿੱਤੇ ਹੋ ਵਾਪਸ ਲਓ। ਡਿਬੇਟ ਜੇ ਹੋਣੀ ਆ ਕੇਜਰੀਵਾਲ ਨਾਲ ਹੋਊਗੀ, ਉਹਦੇ ਹੈਂਡ ਪਿਕਡ ਜਾਂ स्पेशल बॉय नाल तो होनी नहीं। मजीठिया साहब एक लेटर लिखा हरियाणा के मुख्यमंत्री ने पंजाब के मुख्यमंत्री को, और उसमें उन्होंने कहा कि 4 अक्टूबर को भगवंत मान ने एक लेटर लिखा था, उसका जवाब उन्होंने दिया है, जिसमें भगवंत मान ने उनसे समय मांगा था मिलने के लिए SYL के इशू पर। देखो हरियाणा की इलेक्शन है जी, और सुशील गुप्ता जी जो इनके चोजन राज्यसभा MP ने ऑन रिकॉर्ड कह चुके हैं कि हमने ये पानी पंजाब का SYL का हरियाणा के कोने कोने में 25 तक पहुंचा देंगे। सो ऑब्वियसली उधर रेस लगी हुई है। अब खट्टर साहब कह रहे मैं आगे निकल जाऊं, आम आदमी पार्टी केजरीवाल और सुशील गुप्ता जी कह रहे हम आगे निकल जाए, और ये भगवंत मान जी पार्ट एंड पार्सल है उस गेम के। नहीं, वो कह रहे कि हरियाणा के सीएम से उन्होंने समय मांगा मिलने के लिए, बात करना चाहते थे ਉਹ ਇਹਨਾਂ ਦੀ ਗੱਲ ਤਾਂ ਮੁੱਕੀ ਹੋਈ ਆ ਜੀ। ਜੇ ਤੁਸੀਂ ਉਹਨਾਂ ਦੇ ਹੱਕ 'ਚ एफिडेविट दे रहे हो तो ਗੱਲ ਕੀ ਕਰਨੀ है ਤੁਸੀਂ? आप एफिडेविट बोलेगा ना सुप्रीम कोर्ट में। आप देखो जुडिशरी को प्लीज समझो कि जो आपका एफिडेविट आ गया दैट इज फाइनल। एफिडेविट तो स्पष्ट है कि हम तो बना के राजी है, एफिडेविट स्पष्ट है कि पानी हरियाणा और दिल्ली को मिले। सो ये मीटिंगों का तो मतलब क्या मैंने ही कोई नहीं, ही इज ऑलरेडी हैंड इन ग्लव विद हरियाणा CM। नहीं मैनू तो सद्या ही नहीं भरा, मैनू तो सद्या, मेरा ਨਾਂ ही नहीं ਉਹਦੇ 'ਚ। मैं तो जे गया भी पहला फूका मरवाऊं ਜਿਹੜਾ चेक करूँ ये खाधी पीती किन्नी है दी। मैं ये ड्रंकिंग ड्राइविंग ते नहीं विश्वास। आप ड्रंक CM नाल उत्थे बह के की करना? ਪਹਿਲਾਂ ਫੂਕਾਂ ਵੱਜਣਗੀਆਂ, ਸਵੇਰੇ 9 ਵਜੇ ਜੇਲ੍ਹ ਆ ਗਿਆ ਕਿ ਨਹੀਂ ਪੀਤੀ, ਫਿਰ ਤੁਹਾਡੇ ਨਾਲ ਚੱਲ ਪੜਾਂਗੇ। ਉਹ ਮੈਂ ਨਹੀਂ ਜੋੜਿਆ ਭਰਾ, ਜਿਨ੍ਹਾਂ ਕੁਲਚੇ ਛੋਲੇ ਖਾਦੇ ਆ ਉਹਨਾਂ ਨੇ ਜੋੜਿਆ ਹਰਪਾਲ ਚੀਮਾ ਤੇ ਜਿਨ੍ਹਾਂ ਦੇ ਹਜਮ ਹੋਇਆ ਪਿਆ। ਇੱਕ ਮੈਂ ਬੇਨਤੀ ਕਰਾਂ ਜੀ, ਡਿਬੇਟ ਦੇਖੋ, ਇੱਕ ਜਾਖੜ ਸਾਹਿਬ ਦੀ ਸੁਜੈਸ਼ਨ ਨਾਲ ਮੈਂ ਸਹਿਮਤ ਹਾਂ। ਡਿਬੇਟ ਅਮਰੀਕਾ 'ਚ ਵੀ ਹੁੰਦੀ ਆ, ਡਿਬੇਟ ਹੋਰ ਮੁਲਕਾਂ 'ਚ ਵੀ ਹੁੰਦੀ ਆ। ਇੱਕ ਇੰਡੀਪੈਂਡੈਂਟ ਬੰਦੇ ਡਿਬੇਟ ਕਰਾਉਂਦੇ, ਇਹਨਾਂ 'ਚੋਂ ਲਾ ਦੇਣ, ਫੁਲਕਾ ਸਾਹਿਬ ਨੂੰ ਲਾ ਦੇਣ, ਗਾਂਧੀ ਸਾਹਿਬ ਨੂੰ ਲਾ ਦੇਣ, ਆਪਣਾ ਚਲੋ ਮੇਰੀ ਇਹਨਾਂ ਦੋਵਾਂ ਨਾਲ ਮੈਂ ਸਮਝਦਾ ਦੇ ਆਰ ਮੋਰ ਇੰਡੀਪੈਂਡੈਂਟ। ਔਰ ਚਲੋ ਉਹਨਾਂ ਫੁਲਕਾ ਸਾਹਿਬ ਨੂੰ ਲਾ ਦੇਣ, ਸੁਪਰੀਮ ਕੋਰਟ ਜਾਂਦੇ ਆ, ਹੀ ਇਜ਼ ਅ ਲਰਨਡ ਕਾਉਂਸਲ, ਉਹਨਾਂ ਨੂੰ ਪਤਾ ਡਿਬੇਟ ਹੋਣੀ ਚਾਹੀਦੀ ਐਂਡ ਐਨ ਇੰਡੀਪੈਂਡੈਂਟ ਪਲੇਸ ਕੰਡਕਟਡ ਬਾਈ ਐਨ ਇੰਡੀਪੈਂਡੈਂਟ ਪਰਸਨ, ਜਿਹੜੀ ਸਾਰੀ ਗੱਲ ਨੂੰ ਸਭ ਨੂੰ ਗੱਲ ਰੱਖਣ ਦੀ ਗੱਲ ਕਹੂਗਾ। ਇਹ ਤਾਂ ਡਾਕਟਰ ਡਿਬੇਟਾਂ ਨੇ। ਔਰ ਕੀ ਪੰਜਾਬ ਦੇ ਲੋਕਾਂ ਨੂੰ ਇਹ ਦੱਸ ਦੇਣ ਕਿ ਇਹ 1 ਤਰੀਕ ਦੀ ਡਿਬੇਟ ਸੁਪਰੀਮ ਕੋਰਟ ਦੇ ਉੱਤੋਂ ਦੀ ਹੋਊਗੀ? ਪਹਿਲਾਂ ਤੁਸੀਂ ਐਫੀਡੇਵਿਟ ਵਾਪਸ ਲਓ ਭਾਈ।
डोंट ट्राई एंड फूल द पीपल ऑफ पंजाब। एक आम आदमी क्लिनिक में कोई जानकारी ऐसी आई बड़ी धांधली है जी। 350 मरीज एक ही दिन में देखे गए हैं। हाँ जी, हाँ जी, हाँ जी। वो फिर तुहानू दसना ना किन्ने कामयाब ने। कल मैं ट्वीट भी किया जी, मैनूं लगदा 1 मिनट के अंदर अंदर एक मरीज वेख लिया, 1 मिनट चो पहला ही है 360 मिनटां च 302 मरीज। कमाल हो गई है भी, गिनीज बुक ऑफ वर्ल्ड रिकॉर्ड च ही जाना चाहिए। और जिहे जिहा इलाज हो रहा वो तो तदे तो पंजाब बीमारू स्टेट बनया। दिल्ली मॉडल है भाई, तुसीं ना चले जाओ किते पता लग्या होर किते होर ਉਹ ਕੀ ਹੁੰਦੀ ਹੈ ਰਸਮ ਪਗੜੀ ਪੁਗੜੀ ਜੀ ਮੁੜ ਕੇ ਕਰਦੇ ਸੱਚ ਰਾਮ ਨਾਮ ਸੱਤਿਆ ਕਿਤੇ ਕਰਦੇ ਫਿਰਾਂਗੇ। ਉਹ ਜਿਹੜਾ ਇਲਾਜ ਇਹਨਾਂ ਕੋਲ ਕਰਾਇਆ ਹੁੰਦਾ ਉਹਦਾ ਤਾਂ ਰਾਮ ਨਾਮ ਸੱਤਿਆ ਹੀ ਹੈ ਮੁੜ ਕੇ। ਇਹ ਜਿਹਾ ਹਾਲਾਤ ਬਣੇ ਪਏ ਆ। ਮਜੀਠੀਆ ਸਾਹਿਬ ਲੀਗਲ ਵਾਹਿਗੁਰੂ ਦਾ ਜ਼ਿਕਰ ਕਰ ਰਹੇ ਸੀ ਤੁਸੀਂ ਹਾਂਜੀ। ਕਿ ਜਿਹੜਾ ਜੱਜ ਸਾਹਿਬਾਨਾਂ ਦੀ ਨਿਯੁਕਤੀ ਦੇ ਉੱਪਰ ਇਹ ਸਵਾਲ ਚੱਕੇ ਨੇ, ਤੁਸੀਂ ਕਹਿੰਦੇ ਹੋ ਕਿ ਮੈਂ ਵੀ ਜਾਊਂਗਾ ਹਾਈ ਕੋਰਟ, ਕਦ ਦੀ ਤਿਆਰੀ ਕਰ ਰਹੇ ਹੋ? ਦੇਖੋ ਸਭ ਤੋਂ ਪਹਿਲਾਂ ਤਾਂ ਕਿਉਂਕਿ ਇਹ ਸਾਰੀ ਜੁਡੀਸ਼ਰੀ ਤੇ ऑनरेबल लॉयर्स थे और पंजाब हरियाणा हाई कोर्ट की जिहड़ी बार की एसोसीएशन है, अज मैं उन्होंने कहूँगा डू यू टेक सू मोटो नोटिस। जे नहीं तुसी लोगे मैं तो लिखती जाके क्रिमिनल कंटेम्प्ट, इट इज़ अ वेरी सीरीयस थिंग। मतलब एक इंस्टीट्यूशन नूं वो भी कॉन्स्टिट्यूशन ऑफ इंडिया की गवर्नड जिहड़ी इंस्टीट्यूशन है अंडर आर्टिकल 234 तुसी कहता इस तो पहला जिन्नियां भर्तियां होईयां वो पारदर्शिता नहीं रही है ਉਹਦੇ ਚ। they are all been done through corrupt practices। ਇਹ ਤੋਂ ਸੀਰੀਅਸ ਐਲੀਗੇਸ਼ਨ ਕੀ ਹੋ ਸਕਦੀ ਹੈ? ਇੰਤਜ਼ਾਰ ਕਰੋਗੇ ਜੀ ਪਹਿਲਾਂ ਕਿ ਨਹੀਂ, ਮੈਂ ਅੱਜ ਕੱਲ ਜੀ ਐਪਲੀਕੇਸ਼ਨ ਬਣਾ ਰਿਹਾ ਜੀ, ਮੈਂ ਤਾਂ ਮੂਵ ਕਰੂੰਗਾ ਟੂ ਦੀ ਏਜੀ ਫਰਸਟ, ਬਿਕੋਜ਼ ਇਹ ਕ੍ਰਿਮੀਨਲ ਕੰਟੈਂਪਟ ਦੀ ਏਜੀ ਦੇ ਥਰੂ ਜਾਣੀ ਹੁੰਦੀ ਹੈ, ਬਿਕੋਜ਼ ਹੀ ਇਜ਼ ਆਲਸੋ ਅ ਮੈਂਬਰ। ਜੇ ਉਹ ਨਹੀਂ ਕਰੂਗਾ ਦੈਨ ਆਈ ਵਿਲ ਮੂਵ ਟੂ ਦ ਚੀਫ ਜਸਟਿਸ ਆਫ ਪੰਜਾਬ ਐਂਡ ਹਰਿਆਣਾ ਹਾਈ ਕੋਰਟ। मजीठिया साहब, सुप्रीम कोर्ट ने आज वर्डिक्ट दिया है। सुप्रीम कोर्ट हैज नॉट recognized same-sex marriages and has said that it's the territorial jurisdiction of parliament to enact laws. So what is your initial? So I cannot comment on something like this. I will have to read what the Honorable Supreme Court has said. And anyways, it's not, I personally don't believe in this. I'm an orthodox and I believe in the old ਜਿਹੜੀ thought processes है। So I think I don't know, I'll have to read the Supreme Court order। मैं I'm not happy but ਇੱਕ ਤਸੱਲੀ ਜ਼ਰੂਰ ਹੈ ਕਿ ਭਗਵੰਤ ਮਾਨ ਜੀ ਤਾਂ ਨਹੀਂ ਉਹਨਾਂ ਢਿੱਲੋਂ ਬ੍ਰਦਰਜ਼ ਨੂੰ ਇਨਸਾਫ ਦੇ ਰਹੇ। ਅੱਜ ਉਹ SHO ਨਵਦੀਪ ਦੀ ਬੇਲ ਜਿਹਨੂੰ ਵੀ ਉਹਨੂੰ ਵੀ ਬਚਾ ਕੌਣ ਰਿਹਾ? ਉਹ ਅਰੋੜਾ ਜਿਹੜੇ MLA ਸਾਹਿਬ ਨੇ ਜਲੰਧਰ ਦੇ, ਉਹ ਵੀ ਮੈਂ ਕੁਝ ਵੀਡੀਓਜ਼ ਬੜੀ ਛੇਤੀ ਰਿਲੀਜ਼ ਕਰੂੰਗਾ ਕਿ ਕਿਵੇਂ ਉਹਦੇ ਤੇ ਉਹਦੇ ਮੁੰਡੇ ਕੋਲ ਉਹ ਲੁਕਿਆ ਹੋਇਆ। ਤੁਸੀਂ ਹੈਰਾਨ ਹੋ ਜਾਓਗੇ, ਅੱਜ ਮੈਨੂੰ ਲੱਗਦਾ ਦੂਜਾ ਮਹੀਨਾ ਤੀਜਾ ਚੜ ਗਿਆ, 3rd ਮੰਥ ਇਹਨਾਂ ਨੂੰ SHO ਨਵਦੀਪ ਹੀ ਨਹੀਂ ਮਿਲ ਰਿਹਾ ਜਿਹੜਾ 2 ਬੱਚਿਆਂ ਦੀ ਮੌਤ ਦਾ ਜ਼ਿੰਮੇਵਾਰ। ਉਹਨਾਂ ਦੀ ਵੀ ਪੱਗਾਂ ਲਾਈਆਂ ਸਨ। ਇਹ ਹਾਲਾਤ ਨੇ ਲਾਅ ਐਂਡ ਆਰਡਰ ਦੇ। ਹੀ ਇਜ਼ ਦ ਮਿਨਿਸਟਰ ਫॉर ਹੋਮ ਭਗਵੰਤ ਮਾਨ ਐਂਡ ਹੋਮ ਮਿਨਿਸਟਰ ਦੇ ਸੂਬੇ ਦਾ ਮੁੱਖ ਮੰਤਰੀ। ਲਾਅ ਐਂਡ ਆਰਡਰ ਜੇਲ੍ਹ ਦੇ ਤਾਂ ਜੋ ਹਾਲਾਤ ਸੋ ਹੈ ਹੁਣ ਜੁਡੀਸ਼ਰੀ ਨੂੰ ਵੀ ਕਹਿ ਰਿਹਾ ਕਿ ਉਹ ਕਰਪਟ ਨੇ। ਮਤਲਬ ਦਿਸ ਇਜ਼ ਨਾਟ ਕਮਿੰਗ ਫਰੋਮ ਐਨੀਬਡੀ ਐਲਸ ਬਟ ਫਰੋਮ ਦ ਚੀਫ ਮਿਨਿਸਟਰ ਐਂਡ ਹੋਮ ਮਿਨਿਸਟਰ ਆਫ ਸਟੇਟ ਆਫ ਪੰਜਾਬ। ਇਟਸ ਦ ਮੋਸਟ ਸੀਰੀਅਸ ਥਿੰਗ। ਰਾਤ ਵੀ SHO ਨੇ ਆ ਜਿਹੜਾ ਹੋਇਆ, ਰਾਤ ਵੀ ਉਹੀ ਕੇਸ ਹੋਇਆ ਅਨੰਦਪੁਰ ਸਾਹਿਬ ਵੀ, ਸੇਮ ਚੀਜ਼ ਸੇਮ ਹੈ। हाँ हाँ पीछे मेरे लिए तो हमेशा आगे ही रहे हैं। तो ये जो छोले पुल के 3 मंत्री चले गए, तो ये बिना सुरक्षा कर्मियों के चले गए क्या? देखिए आप पूर्व विधायक हैं, अभी मंत्री रहे पंजाब सरकार में, इतना लश्कर लेकर चलते हैं सुरक्षा घेरा, तो ये ऐसे ही चले गए? नहीं, ऐसे नहीं गए हैं। सब पहले सामने गए, उधर लाइन थोड़ी लंबी थी, उधर छोले कुलचे वाले ने नहीं पहचाना कि ऑनरेबल मिनिस्टर साहिबान आए हैं, तो थोड़ा महसूस किया। फिर गए MK होटल, उन्होंने नहीं पहचाना कि ऑनरेबल मिनिस्टर साहब आए हैं, और वो भी 1 नहीं 3, तो फौर महसूस किया, और उसके बाद वो MK होटल पे गुस्सा निकाल दिया।
ना उसके छोले कुलचे ना लेना ना देना। छोले कुलचे खाए कि नहीं? हाँ छोले कुलचे खाते, दो तीन ये हरपाल चीमा कहते 3 खा गया, मजीठिया साहब मीत ढेर ने 2 खाते, अमन अरोड़ा 2.5 खा गया। मजीठिया साहब ਤੁਸੀਂ ਕਹਿੰਦੇ ਹੋ नवरात्रि बाद हम लोग को भी यहाँ खिलवा मजीठिया साहब से ये कहते हो कि वहाँ प्लेट पर प्लेट साहब लॉ पैसे एंड दिए कि ऑर्डर नहीं? हाँ जी पर प्लेट उसके तो पहुँचा दिए छोले वाले के, या उसमें भी नोटिस जाएंगे? ਇਹ ਲੱਗ ਜੂ ਪਤਾ, ਉਹਦੇ ਨੋਟਿਸ ਗਿਆ ਕਿ ਉਹਨੂੰ ਪੁੱਛਾ, ਹਲੇ ਤਾਂ ਡਰਦੇ ਮਾਰੇ ਬੋਲ ਨਹੀਂ ਰਹੇ। ਕਾਗਜ਼ ਵੀ ਮੈਂ ਕੋਰਟ ਚੋਂ ਕੱਢ ਕੇ ਲਿਆਇਆ, ਮਜੀਠੀਆ ਸਾਹਿਬ ਨਹੀਂ ਤਾਂ ਮੈਂ ਹਲੇ ਕਾਗਜ਼ ਇੱਕ ਹੋਰ ਦੇਣਾ ਸੀ ਤੁਹਾਨੂੰ ਬੜਾ ਵਧੀਆ। ਮਜੀਠੀਆ ਸਾਹਿਬ ਲਾਅ ਐਂਡ ਆਰਡਰ ਤੇ ਸਵਾਲ ਚੱਕਦੇ ਹੋ ਕਿ ਪੁਲਿਸ ਕੰਮ ਨਹੀਂ ਕਰ ਰਹੀ, ਲੇਕਿਨ ਪੁਲਿਸ ਦੀ ਫੁਰਤੀ ਅੱਜ ਖਾਸ ਤੌਰ ਤੇ ਵੇਖਣ ਨੂੰ ਮਿਲੇ ਕਿ ਸਵੇਰੇ 5 ਵਜੇ ਗੁਰਬੀਰ ਸਿੰਘ ਜੀਰਾ ਦੇ ਘਰ ਪੁਲਿਸ ਪਹੁੰਚ ਜਾਂਦੀ ਹੈ। ਕਿਵੇਂ ਵੇਖਦੇ ਹੋ ਜੀ? क्योंकि वो तो आप जा रही थी कि गिरफ्तारी देने, और उसने कौन? मजीठिया साहब उसको वो दारू की बोतल दिखा रहा है डीएसपी की गाड़ी से, पता नहीं वो ऑथराइज वो ऑथेंटिक है या नहीं, बट वो दारू की बोतल दिखा रहा कि ये आप देखो गिरफ्तारी डीएसपी की देने जा गाड़ी रही थी कुलबीर ਸਿੰਘ ਜੀਰਾ, लेकिन उस तो पहले ही पुलिस पहुंच जाती, गिरफ्तारी भी हो जाती है, उस तो बाद कोर्ट ਦੇ ਵਿੱਚ ਵੀ ਪੇਸ਼ ਕੀਤਾ ਜਾਂਦਾ, ਰਿਮਾਂਡ ਵੀ ਲੈ ਲਿੱਤੀ ਜਾਂਦੀ ਹੈ ਔਰ ਭੇਜ ਵੀ ਦਿੱਤਾ ਜਾਂਦਾ ਨਿਆਂ ਖਾਤੇ। ਕਿਹਨੂੰ ਫੜ ਲਿਆ? ਕੁਲਬੀਰ ਸਿੰਘ ਜੀਰਾ। ਨਿੱਕੂ ਨੂੰ। ਕੀ ਕਹੋਗੇ ਜੀ ਪੁਲਿਸ ਦੀ? ਮੈਂ ਕੀ ਕਹਿਣਾ ਜੀ, ਨਿੱਕੂ ਫੜਿਆ ਗਿਆ, ਹੁਣ ਕੀ ਕਹਿਣਾ ਦੱਸੋ। ਨਿੱਕੂ ਤੇ ਤਾਂ ਵੈਸੇ ਹੀ ਤਰਸ ਕਰਦੇ ਰਹੇ, ਤਰਸ ਦੇ ਆਧਾਰ ਤੇ ਕੀ ਐਡੇ ਜਿਹਦਾ ਕੀ ਕਰਨਾ ਉਹਨਾਂ ਨੇ ਜੇਲ੍ਹ 'ਚ ਰੱਖ ਕੇ, ਤਰਸ ਦੇ ਆਧਾਰ ਤੇ ਛੱਡਦੇ ਉਹਨੂੰ ਤਾਂ। ਥੈਂਕ ਯੂ।